ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ। ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ। ਤਰਣ ਤਾਰਨ ਹਰ ਨਿਧ ਦੁਖ ਨ ਸਕੈ ਬਿਆਪ। ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ। ਤਰਣ ਤਾਰਨ ਹਰ ਨਿਧ ਦੁਖ ਨ ਸਕੈ ਬਿਆਪ। ਸਾਧੂ ਸੰਗ ਭਜਹੁ ਗੋਪਾਲ ਆਨ ਸੰਜਮ ਕਿਛ ਨਾ ਸੂਝੈ। ਇਹ ਜਤਨ ਕਾਟ ਕਲ ਕਾਲ ਰਹਾਉ। ਆਦਿ ਅੰਤ ਦਇਆਲ ਪੂਰਨ ਤਿਸ ਬਿਨਾ ਨਹੀਂ ਕੋਇ। ਜਨਮ ਮਰਨ ਨਿਵਾਰ ਹਰ ਜਪ ਸਿਮਰ ਸਾਮੀ ਸੋਏ। ਵੇਦ ਸਿਮਰਤ ਕਥੈ ਸਾਸਤ ਭਗਤ ਕਰਹਿ ਵਿਚਾਰ। ਮੁਕਤ ਪਾਈਐ ਸਾਧ ਸੰਗਤ ਬਿਨਸ ਜਾਏ ਅੰਧਾਰ। ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀ ਏਕ। ਤਾਣ ਮਾਨ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਟੇਕ। ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀ ਏਕ। ਤਾਣ ਮਾਨ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਟੇਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਪਤਿਤ ਪਾਵਨ ਭਗਤ ਵਤਸਲ ਕਿਰਪਾ ਦੇਖ ਜਾਣੇ। ਹਾਜ਼ਰ ਹਜੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਗੁਰਤਾ ਗੱਦੀ ਤੇ ਬਿਰਾਜਮਾਨ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸੰਗਤ ਜੀਓ ਜਵਾਬ ਜੀ। ਸਮੂਹ ਸੰਗਤ ਪ੍ਰਬੰਧਕ ਸੇਵਾਦਾਰ ਪਰਸੋਂ ਰੋਜ਼ ਤੋਂ ਲੈ ਕੇ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਏ। ਸ਼੍ਰੀਮਾਨ ਸੰਤ ਗਿਆਨੀ ਮਲਕੀਤ ਸਿੰਘ ਜੀ ਭਦੌੜ ਵਾਲੇ ਮਹਾਂਪੁਰਖਾਂ ਦੀ ਸਾਲਾਨਾ ਬਰਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਉਹਨਾਂ ਦੀ ਮਿੱਠੀ ਯਾਦ ਨੂੰ ਮਨਾਉਂਦਿਆਂ ਹੋਇਆਂ ਆਪ ਗੁਰਸਿੱਖ ਸੰਗਤਾਂ ਪਰਸੋਂ ਰੋਜ਼ ਤੋਂ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਨੇ। ਆਓ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਹੈ। ਆਦਿ ਤੋਂ ਮੱਧ ਮਗਧ ਤੋਂ ਭੋਗ ਤੱਕ ਸੰਪੂਰਨ ਗੁਰਬਾਣੀ ਪੜ੍ਹੀ ਗਈ। ਸਤਿਗੁਰਾਂ ਜੀ ਦੇ ਕੋਲ ਅਰਦਾਸ ਬੇਨਤੀ ਹੋਈ ਹੈ। ਜੋ ਭੋਗ ਦੇ ਵੇਲੇ ਮਹਾਰਾਜ ਨੇ ਮੁੱਖ ਵਾਕ ਬਖਸ਼ਿਸ਼ ਕੀਤਾ ਹੈ।
ਆਪ ਜੀ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੋ। ਸੱਚੇ ਪਾਤਸ਼ਾਹ ਜੀ ਪਵਿੱਤਰ ਮੁਖ ਵਾਕ ਦੇ ਦੁਆਰਾ ਸਾਨੂੰ ਕਲਯੁਗੀ ਜੀਵਾਂ ਨੂੰ ਕੀ ਉਪਦੇਸ਼ ਬਖਸ਼ਦੇ ਨੇ, ਕੀ ਸਮਝਾਉਂਦੇ ਨੇ। ਸਾਧ ਸੰਗਤ ਜੀ, ਆਪ ਜੀ ਨੇ ਮੇਰੇ ਤੋਂ ਪਹਿਲਾਂ ਮਹਾਂਪੁਰਖਾਂ ਦਾ ਜੋ ਜੀਵਨ ਹੈ ਆਪ ਜੀ ਨੇ ਸਰਵਣ ਕੀਤਾ ਹੈ। ਸਾਧ ਸੰਗਤ ਜੀ, ਦੁਨੀਆ ਤੇ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਸੱਚੇ ਪਾਤਸ਼ਾਹ ਜੀ ਸਮੇਂ-ਸਮੇਂ ਤੇ ਅਵਤਾਰ ਸੰਤ ਭਗਤ ਭੇਜਦੇ ਐ। ਸਾਧ ਬਿਠਾਏ ਆਪ ਹਰ, ਆਪ ਵਾਹਿਗੁਰੂ ਪਰਮੇਸ਼ਰ ਜੀ ਸਾਧੂਆਂ ਨੂੰ ਡਿਊਟੀ ਲਾ ਕੇ ਭੇਜਦੇ ਆ ਕਿ ਜੀਵਾਂ ਨੂੰ ਨਾਮਦਾਨ ਦੇਣਾ, ਭਗਤੀ ਕਰਾਉਣੀ, ਗਿਆਨ ਦੇ ਕੇ ਸਿੱਧੇ ਰਸਤੇ ਤੇ ਪਾਉਣਾ, ਕਬੁੱਧ ਕਰਨ ਤੇ ਲੋਕ ਹਟਾਏ ਕਿ ਇਹ ਜਿਹੜੇ ਮਾੜੇ ਕਰਮ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਹਟਾਉਣਾ, ਸੱਚ ਦੇ ਮਾਰਗ ਤੇ ਪਾਉਣਾ ਸੰਤਾਂ ਦਾ ਕੰਮ ਹੈ। ਰੱਬ ਦੇ ਪਿਆਰਿਆਂ ਦਾ ਇਹ ਕਾਰਜ ਹੈ। ਸਾਧ ਸੰਗਤ ਜੀ, ਇਹ ਕਾਰਜ ਕਰਨ ਵਾਸਤੇ ਦੁਨੀਆ ਤੇ ਆਉਂਦੇ ਨੇ ਤੇ ਆਪਣੀ ਉਮਰ ਭੋਗ ਕੇ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ 'ਚ ਅਭੇਦ ਹੋ ਜਾਂਦੇ ਐ। ਉਹਨਾਂ ਦਾ ਕੋਈ ਜਨਮ ਤੇ ਕੋਈ ਮਰਨ ਨਹੀਂ ਹੁੰਦਾ, ਉਹ ਤੇ ਮੁਕਤ ਰੂਹਾਂ ਹੁੰਦੀਆਂ ਨੇ। ਉਹ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀਆਂ ਭੇਜੀਆਂ ਹੋਈਆਂ ਆਉਂਦੀਆਂ ਨੇ। ਤੇ ਫਿਰ ਸਾਧ ਸੰਗਤ ਜੀ ਇੱਕ ਦਿਨ ਕੀ ਹੋਇਆ, ਪੰਜਵੇਂ ਪਾਤਸ਼ਾਹ ਮਹਾਰਾਜ ਦੇ ਕੋਲ ਬਾਬਾ ਬੁੱਢਾ ਜੀ ਰਹਿੰਦੇ ਸਨ। ਜਿਹੜੇ ਬਾਬਾ ਬੁੱਢਾ ਜੀ ਸੀ ਸਾਧ ਸੰਗਤ ਜੀ ਬ੍ਰਹਮ ਗਿਆਨੀ ਹੋਏ ਐ। ਸਾਧ ਸੰਗਤ ਜੀ, ਬਾਬਾ ਬੁੱਢਾ ਜੀ ਨੂੰ ਇੱਕ ਦਿਨ ਸਿੱਖ ਕਹਿਣ ਲੱਗੇ, ਮਹਾਰਾਜ ਆਪ ਜੀ ਤੇ ਮਹਾਂਪੁਰਖ ਬ੍ਰਹਮ ਗਿਆਨੀ ਹੋ, ਤੁਹਾਨੂੰ ਭਜਨ ਬੰਦਗੀ ਕਰਨ ਦੀ ਕੀ ਲੋੜ ਹੈ। ਸਾਧ ਸੰਗਤ ਜੀ, ਤੁਹਾਨੂੰ ਇਹ ਕਹਿਣ ਲੱਗੇ, ਮਹਾਰਾਜ ਇਹ ਮਹਾਂਪੁਰਖੋ ਤੁਹਾਨੂੰ ਇਹ ਨਿਯਮ ਨਿਭਾਉਣ ਦੀ ਕੀ ਲੋੜ ਹੈ। ਬਾਬਾ ਬੁੱਢਾ ਜੀ ਨੇ ਉਸ ਵੇਲੇ ਗੁਰਸਿੱਖਾਂ ਨੂੰ ਉਪਦੇਸ਼ ਦਿੱਤਾ, ਆਖਿਆ ਕਿ ਭਾਈ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਦਾ ਜੋ ਨਿਯਮ ਹੈ ਨਾ, ਭਾਵੇਂ ਕਿ ਉਹ ਮੰਜ਼ਲ ਤੇ ਪਹੁੰਚ ਜਾਵੇ ਪਰ ਸਿੱਖ ਆਪਣਾ ਨਿਤ ਦਾ ਕਰਮ ਨਹੀਂ ਕਰਨੋਂ ਛੱਡਦਾ। ਸੱਚੇ ਪਾਤਸ਼ਾਹ ਪੰਜਵੇਂ ਮਹਾਰਾਜ ਨੂੰ ਪੁੱਛਿਆ ਗੁਰਸਿੱਖਾਂ ਨੇ, ਮਹਾਰਾਜ ਬਾਬਾ ਬੁੱਢਾ ਜੀ ਤੇ ਹਜੇ ਵੀ ਬੰਦਗੀ ਕਰਦੇ ਰਹਿੰਦੇ ਐ, ਹਜੇ ਵੀ ਨਿਰੰਕਾਰ ਦੇ ਨਾਮ ਨੂੰ ਜਪਦੇ ਰਹਿੰਦੇ ਐ। ਤੇ ਸਾਧ ਸੰਗਤ ਜੀ ਉਸ ਵੇਲੇ ਸਤਿਗੁਰੂ ਜੀ ਕਹਿਣ ਲੱਗੇ, ਭਾਈ ਗੁਰਸਿੱਖੋ ਭਾਵੇਂ ਕਿ ਬਾਬਾ ਬੁੱਢਾ ਜੀ ਪੂਰਨ ਬ੍ਰਹਮ ਗਿਆਨੀ ਹੋ ਚੁੱਕੇ ਐ, ਪੰਜਾਂ ਸਤਿਗੁਰਾਂ ਦਾ ਸੰਗ ਇਹਨਾਂ ਨੂੰ ਮਿਲਿਆ, ਪ੍ਰਾਪਤ ਹੋਇਆ, ਪਰ ਲੋਕਾਂ ਨੂੰ ਸਮਝਾਉਣ ਖਾਤਰ ਬੰਦਗੀ ਕਰਨੀ ਸਿਖਾਉਂਦੇ ਐ। ਸਾਧ ਸੰਗਤ ਜੀ, ਲੋਕਾਂ ਨੂੰ ਦੱਸਣ ਵਾਸਤੇ ਸੇਵਾ ਕਰਨੀ ਸਿਖਾਉਂਦੇ, ਆਪ ਟੋਕਰੇ ਚੱਕ ਚੱਕ ਕੇ ਬਾਬਾ ਜੀ ਸੇਵਾ ਕਰਦੇ ਰਹੇ। ਆਪ ਸਾਧ ਸੰਗਤ ਜੀ ਟੋਕਰੇ ਸੀਸ ਉੱਪਰ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਸੇਵਾ ਕਰਦੇ ਰਹੇ। ਸਰੀਰਕ ਭਾਵੇਂ ਸਾਧ ਸੰਗਤ ਜੀ ਬਿਰਧ ਹੋ ਚੁੱਕਾ ਸੀ, ਫਿਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਭਾਣੇ ਨੂੰ ਸਤ ਕਰਕੇ ਮੰਨਦੇ ਰਹੇ। ਤੇ ਤਾਂ ਕਰਕੇ ਸਤਿਗੁਰੂ ਜੀ ਕਹਿਣ ਲੱਗੇ, ਭਾਈ ਗੁਰਸਿੱਖੋ ਬਾਬਾ ਜੀ ਭਾਵੇਂ ਬ੍ਰਹਮ ਗਿਆਨੀ ਹੋ ਚੁੱਕੇ ਐ, ਇਹਨਾਂ ਵਿੱਚ ਮੇਰੇ ਵਿੱਚ ਕੋਈ ਫਰਕ ਨਹੀਂ ਹੈ, ਪਰ ਦੁਨੀਆ ਦੀ ਮਰਿਆਦਾ ਕਾਇਮ ਰੱਖਣ ਵਾਸਤੇ ਸਤਿਗੁਰੂ ਜੀ ਕਹਿਣ ਲੱਗੇ, ਇਹ ਪਵਿੱਤਰ ਅਕਾਲ ਪੁਰਖ ਦੀ ਜਿਹੜੀ ਭਜਨ ਬੰਦਗੀ ਸੇਵਾ ਹੈ ਨਾ, ਕਰਨੀ ਸਿਖਾਉਂਦੇ ਐ। ਇਸੇ ਕਰਕੇ ਗੁਰਮੁਖੋ ਜਿਹੜੇ ਮਹਾਂਪੁਰਖ ਗੁਰਮੁਖ ਪਿਆਰੇ ਰੱਬ ਦੇ ਸੰਤ ਹੁੰਦੇ ਐ ਨਾ, ਮਹਾਤਮਾ ਹੁੰਦੇ ਐ, ਉਹਨਾਂ ਦੀਆਂ ਪਿਛਲੀਆਂ ਯੁੱਗਾਂ ਦੀਆਂ ਬੰਦਗੀਆਂ ਬਹੁਤ ਹੁੰਦੀਆਂ ਨੇ। ਇਸੇ ਕਰਕੇ ਜਦੋਂ ਦੁਨੀਆ ਤੇ ਫਿਰ ਆਉਂਦੇ ਐ, ਉਹ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਸੇਵਾ ਕਰਨੀ ਸਿਖਾਉਂਦੇ ਐ ਦੁਨੀਆ ਨੂੰ। ਇਸੇ ਕਰਕੇ ਉਹ ਸਿਖਾਉਂਦੇ ਆ ਕਿ ਵਾਹਿਗੁਰੂ ਨਿਰੰਕਾਰ ਦੇ ਭਾਣੇ ਨੂੰ ਸਤ ਕਰਕੇ ਕਿਵੇਂ ਮੰਨਣਾ ਹੈ, ਕਿਵੇਂ ਵਾਹਿਗੁਰੂ ਦੇ ਭਾਣੇ ਵਿੱਚ ਲੀਨ ਰਹਿਣਾ ਹੈ, ਕਿਵੇਂ ਦੁਨੀਆ ਦੀਆਂ ਗੱਲਾਂ ਨੂੰ ਸਹਿ ਕੇ ਵੀ ਸਾਧ ਸੰਗਤ ਜੀ ਜਿਵੇਂ ਮਹਾਰਾਜ ਕਹਿੰਦੇ ਐ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਉਹ ਸਾਧ ਸੰਗਤ ਜੀ ਹਰੀ ਦੇ ਪਿਆਰੇ ਹਰੀ ਵਰਗੇ ਹੁੰਦੇ ਐ। ਬਸ ਉਹ ਤੇ ਦੁਨੀਆ ਨੂੰ ਸਾਧ ਸੰਗਤ ਜੀ ਸਿਖਾਉਂਦੇ ਐ ਕਿ ਨਾਮ ਦਾ ਅਭਿਆਸ ਕਿਵੇਂ ਕਰਨਾ, ਕਿਵੇਂ ਇੱਕ ਸਾਧ ਸੰਗਤ ਜੀ ਆਮ ਸਿੱਖ ਤੋਂ ਲੈ ਕੇ ਇੱਕ ਪਰਮ ਸਿੱਖ ਦੀ
ਜਿਹੜੀ ਪਦਵੀ ਹੈ ਉਹ ਕਿਵੇਂ ਮੰਨਣੀ ਹੈ। ਸਿੱਖ ਤੋਂ ਲੈ ਕੇ ਸਾਧ ਸੰਗਤ ਜੀ ਸੰਤ ਤੱਕ ਦਾ ਸਫ਼ਰ ਉਹ ਨਿਭਾਉਂਦੇ ਹੈ। ਸਿੱਖ ਸਿੱਖ ਕੇ ਸੰਤ ਹੋ ਜਾਂਦੇ ਹੈ। ਸਾਧ ਸੰਗਤ ਜੀ ਬਚਨ ਕਮਾਉਂਦੇ ਕਮਾਉਂਦੇ ਹੀ ਸਾਧੂ ਬ੍ਰਹਮ ਗਿਆਨੀ ਹੋ ਜਾਂਦੇ ਹੈ। ਮੰਜ਼ਲਾਂ ਤੇ ਉਹ ਪਹੁੰਚ ਜਾਂਦੇ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਇਹ ਜਨਮ ਮਰਨ ਤਾਂ ਰਹਿਤ ਹੀ ਹੁੰਦੇ ਹੈ, ਕਿਉਂਕਿ ਇਹਨਾਂ ਦੀਆਂ ਪਿਛਲੇ ਯੁੱਗਾਂ ਦੀਆਂ ਬਹੁਤ ਬੰਦਗੀਆਂ ਹੁੰਦੀਆਂ ਨੇ। ਕੋਈ ਗਿਆਨ ਹੋਣਾ, ਕੋਈ ਸਾਧ ਸੰਗਤ ਜੀ ਵਿਦਵਾਨ ਕੋਈ ਬਣਦਾ, ਜਿਹੜਾ ਕੋਈ ਮਹਾਤਮਾ ਮਹਾਂਪੁਰਖ ਹੈ, ਉਹਦੀ ਇੱਕ ਜਨਮ ਦੀ ਕਮਾਈ ਥੋੜ੍ਹੋ ਹੁੰਦੀ ਹੈ। ਸਾਧ ਸੰਗਤ ਜੀ ਸੰਤ ਹੋਣਾ, ਸਾਧ ਹੋਣਾ, ਮਹਾਤਮਾ ਹੋਣਾ ਕਈ ਜਨਮ ਲੱਗ ਜਾਂਦੇ ਹੈ। ਫਿਰ ਕਿਤੇ ਜਾ ਕੇ ਸਾਧ ਸੰਗਤ ਜੀ ਉਹਨਾਂ ਦਾ ਜਿਹੜਾ ਜੀਵਨ ਹੈ ਬਣਦਾ ਹੈ। ਇਸੇ ਪ੍ਰਕਾਰ ਜਿਵੇਂ ਸੋਨਾ ਹੈ, ਜਿੰਨਾ ਚਿਰ ਖੋਟ ਨਹੀਂ ਨਾ ਲੈਂਦੀ ਉਨਾ ਚਿਰ ਅੱਗ 'ਤੇ ਹੀ ਰੱਖਿਆ ਜਾਂਦਾ। ਜਦੋਂ ਖੋਟ ਲੈ ਜਾਂਦੀ ਹੈ ਸਾਧ ਸੰਗਤ ਜੀ ਫਿਰ ਉਹਨੂੰ ਅੱਗ 'ਤੇ ਨਹੀਂ ਰੱਖਿਆ ਜਾਂਦਾ। ਇਸੇ ਕਰਕੇ ਜਿਹੜੇ ਮਹਾਤਮਾ ਮਹਾਂਪੁਰਖ ਹੁੰਦੇ ਹੈ, ਜਿੰਨਾ ਚਿਰ ਮਨ ਨਹੀਂ ਸ਼ੁੱਧ ਹੁੰਦਾ ਉਹਨਾਂ ਚਿਰ ਬੰਦਗੀ ਵੀ ਕਰਦੇ ਰਹਿੰਦੇ ਹੈ। ਸਤਿਗੁਰਾਂ ਅੱਗੇ ਅਰਦਾਸਾਂ ਹੀ ਕਰਦੇ ਰਹਿੰਦੇ ਹੈ, ਸੱਚੇ ਪਾਤਸ਼ਾਹ ਕਿਰਪਾ ਕਰੋ ਆਪ ਜੀ। ਮਹਾਰਾਜ ਸਤਿਗੁਰੂ ਜੀ ਆਪ ਕਿਰਪਾ ਕਰਕੇ ਮੇਰੇ ਪਾਸੋਂ ਅਕਾਲ ਪੁਰਖ ਜੀ ਦੀ ਭਜਨ ਬੰਦਗੀ ਕਰਵਾਓ। ਮਹਾਰਾਜ ਮੈਨੂੰ ਸਿੱਧੇ ਰਸਤੇ ਪਾਉਣਾ ਕਰੋ, ਇਹ ਮੈਨੂੰ ਪਰਮ ਗਿਆਨ ਬਖਸ਼ੋ। ਇੱਦਾਂ ਅਰਦਾਸਾਂ ਹੀ ਕਰਦੇ ਰਹਿੰਦੇ ਹੈ। ਫਿਰ ਸਾਧ ਸੰਗਤ ਜੀ ਜਦੋਂ ਸਤਿਗੁਰੂ ਦੀ ਬਖਸ਼ਿਸ਼ ਹੋ ਜਾਂਦੀ ਏ, ਫਿਰ ਸਾਧ ਸੰਗਤ ਜੀ ਉੱਚ ਪਰਮ ਪਦਵੀ ਨੂੰ ਮਾਣਦੇ ਆ, ਪਰਮ ਅਵਧੀ ਨੂੰ ਮਾਣਦੇ ਹੈ। ਫਿਰ ਸਾਧ ਸੰਗਤ ਜੀ ਇਉਂ ਜਨਮ ਮਰਨ ਤਾਂ ਰਹਿਤ ਹੋ ਹੀ ਜਾਂਦੇ ਹੈ। ਜਿਹੜਾ ਸ਼ਬਦ ਨਾਲ ਜੁੜ ਗਿਆ ਉਹਦੇ ਜਨਮ ਮਰਨ ਵਿੱਚ ਕਦੀ ਨਹੀਂ ਆਊਗਾ। ਤਾਂ ਹੀ ਗੁਰੂ ਕਲਗੀਧਰ ਪਾਤਸ਼ਾਹ ਨੇ ਗੁਰਸਿੱਖਾਂ ਨੂੰ ਸਾਨੂੰ ਸਾਧ ਸੰਗਤ ਜੀ ਸ਼ਬਦ ਗੁਰੂ ਦੇ ਲੜ ਲਾਇਆ। ਸ਼ਬਦ ਕਦੇ ਮਰਦਾ ਨਹੀਂ ਹੁੰਦਾ, ਸ਼ਬਦ ਨੂੰ ਕਦੇ ਕੱਟਿਆ ਨਹੀਂ ਜਾ ਸਕਦਾ। ਸ਼ਬਦ ਨੂੰ ਸਾਧ ਸੰਗਤ ਜੀ ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ, ਭਾਹੇ ਨਾ ਸਕੈ ਜਾਲੇ। ਨਾ ਸਾਧ ਸੰਗਤ ਜੀ ਸ਼ਬਦ ਨੂੰ ਪਾਣੀ ਡੋਬ ਸਕਦਾ ਹੈ, ਨਾ ਸਾਧ ਸੰਗਤ ਜੀ ਸ਼ਬਦ ਨੂੰ ਕੋਈ ਜਲਾ ਸਕਦਾ ਹੈ। ਤੇ ਗੁਰਮੁਖੋ ਨਾ ਕੋਈ ਸ਼ਬਦ ਨੂੰ ਚੋਰ ਚੁਰਾ ਕੇ ਲੈ ਸਕਦੇ ਹੈ। ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੇ ਜਾਲੇ। ਇਸ ਕਰਕੇ ਸਾਧ ਸੰਗਤ ਜੀ ਸਤਿਗੁਰਾਂ ਜੀ ਨੇ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ। ਉਹ ਸ਼ਬਦ ਗੁਰੂ ਦੇ ਜਿਹੜਾ ਵੀ ਨਾਲ ਲੱਗ ਗਿਆ ਨਾ ਸਾਧ ਸੰਗਤ ਜੀ ਜੰਮਣ ਮਰਨ ਤੋਂ ਰਹਿਤ ਹੋ ਗਿਆ, ਉਹਨੂੰ ਕਦੇ ਫਿਰ ਮੌਤ ਨਹੀਂ ਆਉਂਦੀ ਸਾਧ ਸੰਗਤ ਜੀ। ਇਸੇ ਪ੍ਰਕਾਰ ਮਹਾਂਪੁਰਖ ਤੇ ਸਾਰਾ ਜੀਵਨ ਹੀ ਸ਼ਬਦ ਨਾਲ ਹੀ ਲੱਗੇ ਰਹਿੰਦੇ ਹੈ। ਊਠਤ ਬੈਠਤ ਸੋਵਤ ਨਾਮ, ਤੁਰਦਿਆਂ ਫਿਰਦਿਆਂ ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਦਾ ਅਭਿਆਸ ਕਰਦੇ ਰਹਿੰਦੇ ਹੈ। ਇਸੇ ਕਰਕੇ ਪਰਮ ਅਵਧੀ ਨੂੰ ਮਾਣਦੇ ਹੈ। ਸਾਧ ਸੰਗਤ ਜੀ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਇਸ ਕਰਕੇ ਉਹ ਹਰੀ ਵਰਗੀ ਹੋ ਜਾਂਦੇ ਹੈ। ਇਸੇ ਕਰਕੇ ਸਾਧ ਸੰਗਤ ਜੀ ਐਸੇ ਮਹਾਂਪੁਰਖਾਂ ਨੂੰ ਤੇ ਸਦਾ ਹੀ ਨਮਸਕਾਰ ਕਰਨੀ ਚਾਹੀਦੀ ਹੈ। ਐਸੇ ਮਹਾਂਪੁਰਖਾਂ ਦਾ ਸਦਾ ਹੀ ਸੰਗ ਕਰਨਾ ਚਾਹੀਦਾ। ਆਓ ਗੁਰਮੁਖੋ ਜੋ ਮਹਾਰਾਜ ਨੇ ਪਵਿੱਤਰ ਮੁਖ ਵਾਕ ਉਚਾਰਨ ਕੀਤਾ ਹੈ ਭੋਗ ਦੇ ਵੇਲੇ ਬੈਠ ਕੇ ਸਰਵਣ ਕਰੀਏ ਜੀ। ਧਨਾਸਰੀ ਮਹੱਲਾ ਪੰਜਵਾ। ਸਾਧ ਸੰਗਤ ਜੀ ਧਨਾਸਰੀ ਰਾਗਣੀ ਦੇ ਵਿੱਚ ਸ਼ਹੀਦਾਂ ਦੇ ਸਰਤਾਜ, ਨਾਮ ਬਾਣੀ ਦੇ ਬੋਹੇ ਥੇ ਕਲਯੁਗ ਦੇ ਅਵਤਾਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਸਾਧ ਸੰਗਤ ਜੀ ਆਪਣੇ ਮੁਖਾਰ ਬਿੰਦ ਤੋਂ ਪਵਿੱਤਰ ਅਮੋਲਕ ਬਚਨ ਉਚਾਰਨ ਕਰਦੇ ਹਨ। ਦੀਨ ਦਰਦ ਨਿਵਾਰ ਠਾਕੁਰ। ਸਾਧ ਸੰਗਤ ਜੀ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰਦੇ ਹੈ। ਉਹਨਾਂ ਦੀ ਮਹਿਮਾ ਬਿਆਨ ਕਰਦੇ ਹੈ ਕਿ ਵਾਹਿਗੁਰੂ ਸਾਧ ਸੰਗਤ ਜੀ ਕੀ ਕਰਦਾ ਆ। ਜਿਹੜਾ ਸਤਿਗੁਰਾਂ ਦੇ ਚਰਨੀ ਸ਼ਰਣੀ ਪੈ ਗਿਆ ਉਹ ਸਾਧ ਸੰਗਤ ਜੀ ਗੁਰੂ ਜੀ ਕਿਵੇਂ ਰੱਖਦੇ ਆ, ਉਹਨਾਂ ਨੂੰ ਸਾਧ ਸੰਗਤ ਜੀ ਕਿਵੇਂ ਰੱਖਿਆ ਕਰਦੇ ਹੈ, ਇਹ ਸੱਚੇ ਪਾਤਸ਼ਾਹ ਜੀ ਮੁੱਖ ਵਾਕ 'ਚ ਦੱਸਦੇ ਹਨ। ਦੀਨ ਦਰਦ ਨਿਵਾਰ ਠਾਕੁਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਦੀਨ ਹੋ ਕੇ ਵਾਹਿਗੁਰੂ ਨਿਰੰਕਾਰ ਦੇ ਚਰਨੀ ਆ ਗਿਆ ਉਹ ਸਾਧ ਸੰਗਤ ਜੀ ਸਤਿਗੁਰੂ ਜੀ ਦਰਦ ਨਿਵਾਰ, ਉਹਦੇ ਦਰਦ ਦੀ ਨਿਵਰਤੀ ਕਰ ਦਿੰਦੇ ਆ। ਕਿਹੜਾ ਦਰਦ ਹੈ ਸਾਧ ਸੰਗਤ ਜੀ? ਦੇਖੋ ਕਿਸੇ ਨੂੰ ਮਾਨਸਿਕ ਦਰਦ ਹੈ, ਸਰੀਰਕ ਦਰਦ ਹੈ ਸਾਧ ਸੰਗਤ ਜੀ ਸਤਿਗੁਰੂ ਜੀ ਮਾਨਸਿਕ ਤੇ ਸਰੀਰਕ ਦਰਦ ਨੂੰ ਦੂਰ ਕਰ ਦਿੰਦੇ ਹੈ। ਹੁਣ ਕਈ ਇਹ ਸਾਧ ਸੰਗਤ ਜੀ ਮਨ ਵਿੱਚ ਸ਼ੰਕਾ ਹੋ ਜਾਂਦੀ ਹੈ ਕਿ ਮੈਨੂੰ ਕਿੰਨੇ ਸਾਲ ਹੋ ਗਏ ਹੈ। ਇੱਥੇ ਸਾਲਾਂ ਦੀ ਗੱਲ ਨਹੀਂ ਹੈ ਸਾਧ ਸੰਗਤ ਜੀ, ਇੱਥੇ ਸ਼ਰਧਾ ਤੇ ਭਾਵਨਾ ਪ੍ਰੇਮ ਦੀ ਗੱਲ ਹੈ।
ਜਿਹੜਾ ਪ੍ਰੇਮ ਭਾਵਨਾ ਸ਼ਰਧਾ ਵਿਸ਼ਵਾਸ ਸਤਿਗੁਰਾਂ ਤੇ ਰੱਖਦਾ ਉਹ ਸਾਧ ਸੰਗਤ ਜੀ ਮਹੀਨੇ ਵਿੱਚ ਹੀ ਬਹੁਤ ਕੁਝ ਲੈ ਸਕਦਾ ਹੈ। ਪਰ ਜਿਸ ਨੇ ਸ਼ੰਕਾ ਹੀ ਕਰਨੀ ਆਪਣੇ ਗੁਰੂ ਤੇ, ਜਿਸ ਨੇ ਸਾਧ ਸੰਗਤ ਜੀ ਉਹ ਸਿੱਖ ਕਾਹਦਾ ਹੋਇਆ ਜਿਹੜਾ ਆਪਣੇ ਸਤਿਗੁਰੂ ਤੇ ਸ਼ੰਕਾ ਕਰੇ, ਆਪਣੇ ਗੁਰੂ ਤੇ ਉਸਤਾਦ ਤੇ ਸਾਧ ਸੰਗਤ ਜੀ ਆਪਣੇ ਮਾਲਕ ਤੇ ਸ਼ੰਕਾ ਕਰੇ, ਉਹ ਸਿੱਖ ਕਾਹਦਾ ਹੋਇਆ, ਉਹਦੀ ਭਗਤੀ ਕਾਹਦੀ ਹੋਈ ਜਿਹੜਾ ਸ਼ੰਕਾ ਹੀ ਕਰੇ ਮਹਾਰਾਜ ਤੇ। ਇਸੇ ਕਰਕੇ ਸਾਧ ਸੰਗਤ ਜੀ ਸ਼ੰਕਾਵਾਨ ਜਿਹੜੇ ਲੋਕ ਹੁੰਦੇ ਐ, ਭਾਵਨਾ ਨਹੀਂ ਰੱਖਦੇ, ਅਸ਼ਰਧਕ ਹੁੰਦੇ ਐ, ਪ੍ਰੇਮ ਨਹੀਂ ਕਰਦੇ, ਉਹ ਭਾਵੇਂ ਜਿੰਨਾ ਟਾਈਮ ਮਰਜੀ ਆਈ ਜਾਣ ਸਾਧ ਸੰਗਤ ਜੀ, ਤੇ ਸਤਿਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲੱਗੋ ਭਾਓ, ਉਸਨੂੰ ਸੁਖ ਨਾ ਉਪਜੈ ਭਾਵੈ 100 ਗੇੜਾ ਆਵੋ ਜਾਓ। ਸਾਧ ਸੰਗਤ ਜਿਨ੍ਹਾਂ ਨੂੰ ਪ੍ਰਤੀਤ ਹੀ ਨਹੀਂ ਆਈ ਮਹਾਰਾਜ ਤੇ ਪ੍ਰੇਮ ਸ਼ਬਦ ਨਾਲ ਪ੍ਰੇਮ ਹੀ ਨਹੀਂ ਜਿਨ੍ਹਾਂ ਨੇ ਲਾਇਆ, ਤਾਂ ਮਹਾਰਾਜ ਤੀਜੇ ਸਤਿਗੁਰੂ ਜੀ ਕਹਿੰਦੇ ਆ ਕਿ ਭਾਈ ਜਿੰਨਾ ਉਹ ਮਰਜੀ ਆਈ ਜਾਣ, ਤੇ ਜਦੋਂ ਤੇਰੇ ਮਨ 'ਚ ਪ੍ਰੇਮ ਪੈਦਾ ਹੋ ਗਿਆ। ਸਾਧ ਸੰਗਤ ਜੀ ਬਾਬਾ ਫਰੀਦ ਜੀ ਹੋਏ, ਇਹਨਾਂ ਨੇ ਸਾਧ ਸੰਗਤ ਜੀ ਬਹੁਤ ਘੋਰ ਤਪੱਸਿਆ ਕੀਤੀ ਬਾਬਾ ਫਰੀਦ ਸਾਹਿਬ ਮਹਾਰਾਜ ਨੇ। ਇੱਕ ਦਿਨ ਇਹਨਾਂ ਦੇ ਮਨ 'ਚ ਵਿਚਾਰ ਆਈ ਹੈ ਸਾਧ ਸੰਗਤ ਜੀ ਕਿ ਮੈਂ ਖੂਹ ਦੇ ਵਿੱਚ ਲਟਕ ਕੇ ਪਰਮੇਸ਼ਰ ਦੀ ਭਗਤੀ ਕਰਾਂ। ਫਿਰ ਸਾਧ ਸੰਗਤ ਜੀ ਕਹਿੰਦਾ ਸ਼ਾਇਦ ਲਟਕ ਕੇ ਹੀ ਮੈਨੂੰ ਨਿਰੰਕਾਰ ਮਿਲ ਜਾਏ, ਵਾਹਿਗੁਰੂ ਮੈਨੂੰ ਮਿਲ ਜਾਏ ਲਟਕ ਕੇ। ਇਹਨਾਂ ਨੇ ਕੀ ਕੀਤਾ, ਸਾਧ ਸੰਗਤ ਜੀ ਲੋਹੇ ਦਾ ਸੰਗਲ ਆਪਣੇ ਲੱਤਾਂ ਨਾਲ ਬੰਨ੍ਹ ਲਿਆ ਤੇ ਖੂਹ ਦੇ ਵਿੱਚ ਲਟਕ ਕੇ ਬੰਦਗੀ ਕਰਨ ਲੱਗੇ ਸਾਧ ਸੰਗਤ ਜੀ। ਇੰਨੇ ਸਮੇਂ ਨੂੰ ਇਹ ਕੋਈ ਇੱਕ ਸਿੱਖ ਸਾਧ ਸੰਗਤ ਜੀ ਕੋਈ ਬਹੁਤਾ ਕੋਈ ਭਗਤੀ ਕਰਨ ਵਾਲਾ ਵੀ ਨਹੀਂ ਸੀ, ਕੋਈ ਜਪ ਤਪ ਕਰਨ ਵਾਲਾ ਹੀ ਨਹੀਂ ਸੀ ਸਾਧ ਸੰਗਤ ਜੀ। ਉਹ ਕਿਤੇ ਬਾਬਾ ਫਰੀਦ ਸਾਹਿਬ ਨੂੰ ਦੇਖਾ ਦੇਖੀ ਲੱਗ ਗਿਆ ਕਰਨ। ਜਦੋਂ ਸਾਧ ਸੰਗਤ ਜੀ ਬਾਬਾ ਫਰੀਦ ਸਾਹਿਬ ਨੂੰ ਦੇਖਾ ਦੇਖੀ ਕਰਨ ਲੱਗੇ ਆ, ਉਹਨੇ ਕੀ ਕੀਤਾ, ਘਾਹ ਫੂਸ ਇਕੱਠਾ ਕਰਕੇ ਇੱਕ ਉਹਦੀ ਰੱਸੀ ਬਣਾ ਲਈ। ਉਹਨੇ ਸਾਧ ਸੰਗਤ ਜਦੋਂ ਲੱਤਾਂ ਨਾਲ ਬੰਨ੍ਹ ਕੇ ਉਹ ਵੀ ਬਾਬੇ ਫਰੀਦ ਦੇ ਨਾਲ ਹੀ ਲਟਕ ਕੇ ਜਦੋਂ ਬੰਦਗੀ ਕਰਨ ਲੱਗਿਆ ਨਾ, ਉਸ ਵੇਲੇ ਸਾਧ ਸੰਗਤ ਜੀ ਕੀ ਹੋਇਆ, ਬਾਬਾ ਫਰੀਦ ਸਾਹਿਬ ਤੇ ਰਾਮ ਰਾਮ ਅੱਲਾ ਅੱਲਾ ਕਹੀ ਜਾਣ ਮੁਖਾਰ ਬਿੰਦ ਤੋਂ। ਇਹ ਵੀ ਸਾਧ ਸੰਗਤ ਜੀ ਕੋਈ ਜੀਵ ਪੁਰਖ ਬਾਬਾ ਫਰੀਦ ਸਾਹਿਬ ਨੂੰ ਦੇਖਾ ਦੇਖੀ ਕਰਕੇ ਲੱਗ ਗਿਆ। ਪਰ ਜਦੋਂ ਦੇਖਾ ਦੇਖੀ ਕਰਕੇ ਲੱਗਿਆ ਨਾ, ਇਹਨੇ ਵੇਖਿਆ ਕਿ ਮੇਰਾ ਜਿਹੜਾ ਇਹ ਰੱਸੀ ਲੱਤਾਂ ਨੂੰ ਪਾਈ ਹੋਈ ਹੈ, ਬੰਨੀ ਹੋਈ ਹੈ ਤੇ ਘਾਹ ਫੂਸਦੀ ਹੈ, ਕਿੰਨਾ ਕੁ ਸਮਾਂ ਰਹਿ ਜੂਗੀ। ਇਹ ਬੜਾ ਪ੍ਰੇਮ ਸਹਿਤ ਹੋ ਕੇ ਸ਼ਰਧਾ ਵਸ ਹੋ ਕੇ ਵਿਸ਼ਵਾਸ ਰੱਖ ਕੇ ਨਿਰੰਕਾਰ ਤੇ ਕਿ ਕੋਈ ਗੱਲ ਨਹੀਂ, ਮੈਨੂੰ ਨਿਰੰਕਾਰ ਜੀ ਬਚਾ ਲੈਣਗੇ, ਮੈਂ ਤੇ ਉਹਦਾ ਨਾਮ ਉਹਦਾ ਜਪਦਾ, ਜਦੋਂ ਕੰਮ ਹੀ ਮੈਂ ਉਹਦਾ ਕਰਦਾ ਆ। ਸਾਧ ਸੰਗਤ ਜੀ ਇਉਂ ਭਾਵਨਾ ਲੈ ਕੇ ਉਹ ਪੁਰਖ ਬੰਦਗੀ ਕਰੀ ਜਾਵੇ। ਜਦੋਂ ਸਾਧ ਸੰਗਤ ਜੀ ਕੁਝ ਕੁ ਸਾਧ ਸੰਗਤ ਜੀ ਦਿਨ ਲੰਘੇ ਨਾ, ਕੁਝ ਦਿਨ ਲੰਘਣ ਤੋਂ ਬਾਅਦ ਜਦੋਂ ਰੱਸੀ ਟੁੱਟਣੀ ਸ਼ੁਰੂ ਹੋਈ, ਉਸ ਵੇਲੇ ਬੜੇ ਪ੍ਰੇਮ ਦੇ ਸਹਿਤ ਉਹ ਪੁਰਖ ਬੰਦਗੀ ਕਰਨ ਲੱਗਿਆ। ਸਾਧ ਸੰਗਤ ਜੀ ਟੁੱਟਣੀ ਲੱਗੀ ਸੀ, ਉਸ ਵੇਲੇ ਵਾਹਿਗੁਰੂ ਪਰਮੇਸ਼ਰ ਜੀ ਪ੍ਰਗਟ ਹੋ ਕੇ ਉਹ ਪੁਰਖ ਨੂੰ ਲੱਤਾਂ ਤੋਂ ਆ ਕੇ ਫੜ ਲਿਆ। ਫਿਰ ਸਾਧ ਸੰਗਤ ਜਦੋਂ ਲੱਤਾਂ ਤੋਂ ਆ ਕੇ ਫੜਿਆ, ਇਹ ਪੁਰਖ ਕਹਿਣ ਲੱਗਿਆ, ਮਹਾਰਾਜ ਪਰਮੇਸ਼ਰ ਜੀ ਧੰਨ ਹੋ ਆਪ ਜੀ ਨੇ ਮੈਨੂੰ ਦਰਸ਼ਨ ਦਿੱਤੇ, ਹੁਣ ਤੁਸੀਂ ਕਿਰਪਾ ਕਰੋ, ਇਹ ਜਿਹੜੇ ਬਾਬਾ ਫਰੀਦ ਸਾਹਿਬ ਵੀ ਇਹਨਾਂ ਨੂੰ ਵੀ ਇਹਨਾਂ ਤੇ ਵੀ ਕਿਰਪਾ ਕਰ ਦਿਓ। ਮਹਾਰਾਜ ਕਹਿਣ ਲੱਗੇ, ਭਾਈ ਪੁਰਖਾ ਤੇਰੇ ਅੰਦਰ ਬਹੁਤਾ ਪ੍ਰੇਮ ਸ਼ਰਧਾ ਵਿਸ਼ਵਾਸ ਸੀ, ਇਹ ਤੇ ਪਹਿਲਾਂ ਹੀ ਲੋਹੇ ਦਾ ਸੰਗਲ ਪਾਈ ਬੈਠਾ ਹੈ। ਮਹਾਰਾਜ ਕਹਿੰਦੇ ਪਤਾ ਨਹੀਂ ਜਦੋਂ ਟੁੱਟੂਗਾ ਉਦੋਂ ਦਰਸ਼ਨ ਦੇ ਦੂੰਗਾ। ਮਹਾਰਾਜ ਕਹਿੰਦੇ ਇਸੇ ਕਰਕੇ ਉਹ ਜਿਹੜਾ ਪੁਰਖ ਸੀ ਸਾਧ ਸੰਗਤ ਜੀ ਦੇਖੋ ਘਾਹ ਫੂਸ ਦੀ ਰੱਸੀ ਬਣਾ ਕੇ ਲੱਤਾਂ ਦੇ ਵਿੱਚ ਸਾਧ ਸੰਗਤ ਲੱਤਾਂ ਨੂੰ ਬੰਨ੍ਹ ਕੇ ਪੁੱਠਾ ਲਟਕ ਕੇ ਦੇਖਾ ਦੇਖੇ ਕਰਕੇ ਹੀ ਬੰਦਗੀ ਕਰਨ ਲੱਗ ਗਿਆ ਤੇ ਸਤਿਗੁਰੂ ਜੀ ਛੇਤੀ ਪ੍ਰਗਟ ਹੋ ਗਏ। ਸੋ ਇਸ ਕਰਕੇ ਵਾਹਿਗੁਰੂ ਨਿਰੰਕਾਰ ਜੀ ਨੇ ਆਖਿਆ ਕਿ ਭਾਈ ਪੁਰਖਾ ਬਾਬੇ ਫਰੀਦ ਨੂੰ ਕਹਿ ਦੀ ਕਿ ਸ਼ਰਧਾ ਪ੍ਰੇਮ ਵਿਸ਼ਵਾਸ ਰੱਖ ਪਹਿਲਾਂ ਫਿਰ ਬੰਦਗੀ ਕਰ। ਇਸੇ ਕਰਕੇ ਗੁਰਮੁਖੋ ਦੀਨ ਦੁਨੀਆ ਦੇ ਸਤਿਗੁਰੂ ਜੀ ਦੱਸਦੇ ਹਨ, ਦੀਨ ਦਰਦ ਨਿਵਾਰ ਠਾਕੁਰ। ਮਹਾਰਾਜ ਕਹਿੰਦੇ ਜਿਹੜਾ ਦੀਨ ਹੋ ਕੇ ਵਾਹਿਗੁਰੂ ਸਤਿਗੁਰੂ ਦੇ ਪਰਮੇਸ਼ਰ ਜੀ ਦੇ ਚਰਨਾਂ ਵਿੱਚ ਆ ਗਿਆ ਨਾ, ਮਹਾਰਾਜ ਕਹਿੰਦੇ ਦਰਦ ਨਿਵਾਰ। ਉਹਦੇ ਜਿਹੜੇ ਸਰੀਰਕ ਦਰਦ ਨੇ, ਦੇਖੋ ਇੱਕ ਕਰਮ ਰੋਗ ਹੁੰਦਾ, ਜਿਹੜਾ ਕਰਮਾਂ 'ਚ ਰੋਗ ਆ ਗਿਆ ਨਾ ਉਹਨੂੰ ਡਾਕਟਰ ਨਹੀਂ ਕੱਢ ਸਕਦੇ। ਸਰੀਰਕ ਰੋਗ ਨੂੰ ਡਾਕਟਰ ਦੂਰ ਕਰ ਸਕਦੇ ਆ, ਮੈਡੀਸਨ ਦੇ ਕੇ ਵਧੀਆ ਦਵਾਈ ਦੇ ਕੇ ਇਲਾਜ ਕਰ ਦੇਣਗੇ ਸਾਧ ਸੰਗਤ ਜੀ। ਪਰ ਜਿਹੜਾ ਕਰਮ ਰੋਗ ਆ ਗਿਆ, ਦੇਖੋ ਗੁਰਬਾਣੀ ਵਿੱਚ ਇੱਕ ਬਚਨ ਆਉਂਦਾ ਹੈ, ਮਹਾਰਾਜ ਕਹਿੰਦੇ ਨਾਰਾਇਣ ਨਿੰਦ ਸਕਾਏ ਭੂਲੀ ਗਾ ਵਾਰੀ ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਸਾਧ ਸੰਗਤ ਜੀ ਭਗਤ ਤਰਲੋਚਨ ਜੀ ਮਹਾਰਾਜ ਹੋਏ ਹੈ। ਇੱਕ ਦਿਨ ਮਹਾਰਾਜ ਦੀ ਘਰ ਵਾਲੀ ਨਾ ਪਤਨੀ ਇਸ ਵਾਹਿਗੁਰੂ ਜੀ ਨੂੰ ਲਾਂਭੇ ਦੇਣ ਲੱਗ ਗਈ।
ਮਹਾਰਾਜ ਭਗਤ ਤਰਲੋਚਨ ਸਾਹਿਬ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੀ ਹੈ। ਸਾਧ ਸੰਗਤ ਜੀ, ਉਸ ਵੇਲੇ ਜਦੋਂ ਇਹ ਮਹਾਰਾਜ ਦੀ ਨਿੰਦਿਆ ਕਰਨ ਲੱਗੀ ਨਾ, ਮਹਾਰਾਜ ਭਗਤ ਜੀ ਕਹਿਣ ਲੱਗੇ ਘਰ ਵਾਲੀ ਨੂੰ, ਕੋ ਤੂੰ ਕਾਹਤੋਂ ਨਿੰਦਿਆ ਕਰਦੀ ਏ, ਤੈਨੂੰ ਅਕਲ ਨਹੀਂ ਹੈ, ਤੂੰ ਵਾਹਿਗੁਰੂ ਦੀ ਨਿੰਦਿਆ ਕਰਦੀ ਏ, ਪਾਗਲ ਹੋਈ ਫਿਰਦੀ ਏ। ਇਹ ਬਚਨ ਲਿਖੇ ਹੈ, ਨਾਰਾਇਣ ਨਿੰਦ ਸਕਾਏ ਭੂਲੀ ਗਵਾਰੀ। ਗਵਾਰੀ ਸਾਧ ਸੰਗਤ ਜੀ ਮੂਰਖ ਕਮਲੀ ਨੂੰ ਕਹਿੰਦੇ, ਹੈ ਕਮਲੇ, ਇਹ ਕਮਲੀਏ ਤੂੰ ਨਿਰੰਕਾਰ ਨੂੰ ਨਿੰਦਦੀ ਐ, ਇਹ ਤੇ ਦੁਕ੍ਰਿਤ ਸੁਕ੍ਰਿਤ ਥਾਰੋ ਕਰਮ ਰੀ। ਚੰਗੇ ਮਾੜੇ ਜਿਹੜੇ ਕਰਮ ਹੈ ਤੇ ਆਪਣੀ ਕੀਤੇ ਹੋਏ ਨੇ। ਸਾਧ ਸੰਗਤ ਜੀ, ਇਸੇ ਕਰਕੇ ਜੇ ਕਰਮ ਰੋਗ ਇਦਾਂ ਦਾ ਆ ਜਾਏ ਨਾ, ਕਰਮ ਵਿੱਚ ਰੋਗ ਲੱਗ ਜਾਏ, ਉੱਥੇ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਅਰਦਾਸ ਕਰਨੀ ਚਾਹੀਦੀ ਏ ਕਿ ਸੁਆਮੀ ਜੀ ਦਇਆ ਕਰੋ, ਇਹ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਮੇਰੇ ਤੇ, ਇਹ ਮੇਰੇ ਦਰਦ ਨੂੰ ਨਿਵਾਰਨ ਕਰੋ। ਦੀਨ ਦਰਦ ਨਿਵਾਰ ਠਾਕੁਰ। ਹਾਂਜੀ, ਹੁਣ ਦੂਜਾ ਅਰਥ ਇਹ ਹੈ, ਜਿਹੜੇ ਸੰਤ ਭਗਤ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਾ ਕੇ ਦੀਨ ਮਨ ਭਾਵ ਜਿਹੜੇ ਨਿਮਰਤਾ ਦੀ ਸਹਿਤ ਅਕਾਲ ਪੁਰਖ ਜੀ ਨੂੰ ਅਰਦਾਸਾਂ ਕਰਦੇ ਆ, ਮਹਾਰਾਜ ਇਹ ਸੰਸਾਰ ਭਵਜਲ ਦੇ ਸਮੁੰਦਰ ਤੋਂ ਆਪ ਜੀ ਨੇ ਤਾਰਨਾ ਆ, ਕਿਰਪਾ ਕਰੋ, ਇਹ ਮੈਨੂੰ ਜਿਹੜਾ ਜੰਮਣ ਮਰਨ ਦਾ ਦੁੱਖ ਲੱਗਿਆ ਹੋਇਆ ਏ, ਅਵਿਦਿਆ ਦਾ ਜਿਹੜਾ ਦਰਦ ਹੈ ਨਾ, ਮੈਨੂੰ ਅਗਿਆਨਤਾ ਦਾ ਜਿਹੜਾ ਦਰਦ ਹੈ, ਗੁਰਮੁਖੋ ਜਿਹੜਾ ਅਗਿਆਨਤਾ ਦਾ ਦਰਦ ਹੁੰਦਾ ਨਾ, ਦੁੱਖ ਬਹੁਤ ਵੱਡਾ ਦੁੱਖ ਹੁੰਦਾ। ਸਾਧ ਸੰਗਤ ਜੀ ਦੇਖੋ, ਜੇ ਕੋਈ ਪੁਰਖ ਪੜ੍ਹਿਆ ਲਿਖਿਆ ਹੋਵੇ, ਜਿੱਥੇ ਤੱਕ ਮਰਜ਼ੀ ਚੱਲ ਜਾਏ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਅਨਪੜ੍ਹ ਹੈ ਜਿਹੜਾ ਸਾਧ ਸੰਗਤ ਜੀ, ਉਹਨੂੰ ਅਗਿਆਨਤਾ ਦਾ ਦਰਦ ਹੀ ਮਾਰਦਾ ਰਹਿੰਦਾ ਆ, ਦੁਖੀ ਹੁੰਦਾ ਰਹਿੰਦਾ ਆ, ਕਿਤੇ ਕਿਹਨੂੰ ਪੁੱਛਦਾ ਰਹਿੰਦਾ, ਕਿਤੇ ਕਿਹਨੂੰ ਪੁੱਛਦਾ, ਲੋਕਾਂ ਦੀਆਂ ਤਰਕਾਂ ਸਹਿੰਦਾ ਰਹਿੰਦਾ ਕਿ ਅਨਪੜ੍ਹ ਹੈ, ਉਦੋਂ ਪੜ੍ਹ ਲੈਂਦਾ। ਇਉਂ ਸਾਧ ਸੰਗਤ ਜੀ ਦਰਦ ਹੈ ਨਾ, ਫਿਰ ਦੁੱਖ ਹੈ। ਦੀਨ ਦੁਨੀਆ ਦੇ ਸਤਿਗੁਰੂ ਜੀ ਦੱਸਦੇ ਹੈ, ਜਿਹੜੇ ਸਾਧ ਸੰਗਤ ਜੀ ਰੱਬ ਦੇ ਸੰਤ ਭਗਤ ਜਗਿਆਸੂ ਹੈ, ਉਹ ਮਹਾਰਾਜ ਨੂੰ ਦੀਨਮਾਨ ਹੋ ਕੇ ਕਹਿੰਦੇ, ਮਹਾਰਾਜ ਅਗਿਆਨਤਾ ਹੈ ਮੇਰੇ 'ਚ, ਕਿਰਪਾ ਕਰਕੇ ਮੈਨੂੰ ਗਿਆਨ ਦੇਣਾ ਕਰੋ, ਬ੍ਰਹਮ ਗਿਆਨ ਆਤਮਿਕ ਗਿਆਨ ਦੇਣਾ ਕਰੋ, ਇਹ ਮੇਰੇ ਦਰਦ ਨੂੰ ਨਿਵਾਰਨ ਕਰੋ। ਦੀਨ ਦਰਦ ਨਿਵਾਰ ਠਾਕੁਰ। ਫਿਰ ਸਾਧ ਸੰਗਤ ਜੀ ਜਿਨ੍ਹਾਂ ਦਾ ਮਨ ਦੀਨ ਹੋ ਗਿਆ, ਨਿਮਰਤਾ ਦੇ ਭਾਵ ਵਿੱਚ ਆ ਗਿਆ, ਨੀਵਾਂ ਹੋ ਗਿਆ, ਸਾਧ ਸੰਗਤ ਜੀ ਸਤਿਗੁਰੂ ਉਸੇ ਦਿਨ ਤੋਂ ਹੀ ਉਹਦੇ ਦਰਦ ਨੂੰ ਨਿਵਾਰ ਦਿੰਦੇ ਨੇ, ਮੇਰੇ ਠਾਕੁਰ ਵਾਹਿਗੁਰੂ ਜੀ। ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ। ਹਾਂ, ਜਿਹੜਾ ਜਨ ਬਣ ਗਿਆ ਸਾਧ ਸੰਗਤ ਜੀ, ਮਹਾਰਾਜ ਦਾ ਸੇਵਕ ਬਣ ਗਿਆ, ਉਸ ਨੂੰ ਸੱਚੇ ਪਾਤਸ਼ਾਹ ਜੀ ਆਪ ਰੱਖਣਾ ਕਰਦੇ ਐ। ਸਾਧ ਸੰਗਤ ਜੀ ਲੋਕ ਪਰਲੋਕ ਵਿੱਚ ਆਪ ਮਹਾਰਾਜ ਰੱਖਦੇ ਐ, ਇੱਥੇ ਦੁਨੀਆ ਦੇ ਵਿੱਚ ਵੀ ਉਹਦੀ ਚੜ੍ਹਦੀ ਕਲਾ ਰੱਖਦੇ ਨੇ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਸਾਧ ਸੰਗਤ ਜੀ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਉਹਨਾਂ ਦੀ ਜਿਹੜੀ ਸੋਭਾ ਜੁਗਾਂ ਜੁਗਾਂ ਤੱਕ ਹੀ ਹੁੰਦੀ ਰਹਿੰਦੀ, ਰੱਬ ਦੇ ਪਿਆਰਿਆਂ ਦੀ ਸੋਭਾ ਨੂੰ ਕੋਈ ਮੇਟ ਹੀ ਨਹੀਂ ਸਕਦਾ। ਸਾਧ ਸੰਗਤ ਜੀ ਜਿਨ ਮਨ ਹਰ ਵਸਿਆ, ਸੇ ਦਰ ਸਾਚੇ ਸਚਿਆਰਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਦੀਨ ਦੁਨੀਆ ਦੇ ਸਤਿਗੁਰੂ ਜੀ ਇਉਂ ਦੱਸਦੇ ਐ, ਜਿਨ੍ਹਾਂ ਨੂੰ ਸਤਿਗੁਰੂ ਜੀ ਰੱਖਦੇ ਐ, ਰਾਖੈ ਜਨ ਕੀ ਆਪ, ਉਹਨਾਂ ਨੂੰ ਜੰਮਣ ਮਰਨ ਤੋਂ ਸਾਧ ਸੰਗਤ ਜੀ ਇਹ ਜਿਹੜੇ ਕਮਾਦਿਕ ਵਿਕਾਰ ਨੇ, ਪੰਜ ਦੂਤ ਸੰਘਾਰੇ, ਸਾਧ ਸੰਗਤ ਜੀ ਪੰਜਾਂ ਦੂਤਾਂ ਤੋਂ ਸਤਿਗੁਰੂ ਜੀ ਬਚਾ ਕੇ ਰੱਖਦੇ ਐ, ਨਾਮ ਗਿਆਨ ਦੇ ਕੇ ਆਪਣੇ ਗੁਰਸਿੱਖ ਨੂੰ। ਇਹ ਜਿਹੜੀ ਪੰਕਜ ਮੋਹ ਪਗ ਨਹੀਂ ਚੱਲੈ, ਮੋਹ ਦਾ ਜਿਹੜਾ ਚਿਕੜੇ ਦੇ ਵਿੱਚ ਡੁੱਬਣੀ ਨਹੀਂ ਦਿੰਦੇ ਮਹਾਰਾਜ ਆਪਣੇ ਪਿਆਰਿਆਂ ਨੂੰ। ਸਾਧ ਸੰਗਤ ਜੀ ਭਾਈ ਜੋਗਾ ਸਿੰਘ ਜੀ ਦੇ ਵਾਂਗ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਪਹਿਰੇਦਾਰੀ ਹੋ ਕੇ ਉਹ ਭਾਈ ਜੋਗੀ ਨੂੰ ਜਿਵੇਂ ਸਤਿਗੁਰਾਂ ਨੇ ਬਚਾਇਆ ਸੀ ਨਾ, ਪਹਿਰੇਦਾਰ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਸਾਰੀ ਰਾਤ ਪਹਿਰਾ ਦਿੰਦੇ ਰਹੇ ਕਲਗੀਧਰ ਸੱਚੇ ਪਾਤਸ਼ਾਹ ਜੀ। ਇਸੇ ਕਰਕੇ ਜਿਹੜੇ ਸਤਿਗੁਰੂ ਨਿਰੰਕਾਰ ਨੇ, ਜਿਹੜੇ ਭਾਈ ਮਹਾਰਾਜ ਦੇ ਹੋ ਜਾਂਦੇ ਐ, ਰਾਖੈ ਜਨ ਕੀ ਆਪ, ਜਿਹੜੇ ਹੋ ਗਏ ਨਾ, ਪਰ ਸ਼ਰਤ ਹੈ ਉਹਦੇ ਤੋਂ ਪਹਿਲਾਂ। ਸ਼ਰਤ ਕਿਹੜੀ ਹੈ? ਦੀਨ ਦਰਦ ਨਿਵਾਰ ਠਾਕੁਰ। ਪਹਿਲਾਂ ਦੀਨ ਮਨ ਹੋਣਾ ਪਊਗਾ, ਨਿਮਰਤਾ ਰੱਖਣੀ ਪਊਗੀ ਸਤਿਗੁਰਾਂ ਜੀ ਦੇ ਨਾਲ, ਸਤਿਗੁਰਾਂ ਜੀ ਦੇ ਅੱਗੇ। ਫਿਰ ਸਾਧ ਸੰਗਤ ਜੀ ਮਹਾਰਾਜ ਇਸ ਲੋਕ ਦੇ ਵਿੱਚ ਜਿਵੇਂ ਭਾਈ ਜੋਗੀ ਨੂੰ ਰੱਖਿਆ, ਜਿਹੜਾ ਗੁਰੂ ਇਸ ਲੋਕ ਵਿੱਚ ਰੱਖ ਸਕਦਾ, ਕਿ ਪਰਲੋਕ ਵਿੱਚ ਵੀ ਉਸ ਨੂੰ ਰੱਖਣਾ ਕਰਦਾ। ਫਿਰ ਪੜੋ ਜੀ, ਰਾਖੈ ਜਨ ਕੀ ਆਪ। ਮਹਾਰਾਜ ਸਤਿਗੁਰੂ ਜੀ ਰਾਖੈ ਜਨ ਕੀ ਆਪ, ਆਪ ਸਤਿਗੁਰੂ ਜੀ ਆਪਣੇ ਜਨ ਨੂੰ ਰੱਖਦੇ ਨੇ ਦੋਵਾਂ ਲੋਕਾਂ 'ਚ। ਤਾਰਨ ਤਾਰਨ ਹਰ ਨਿਧ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਰ ਨਿਧ ਜੋ ਵਾਹਿਗੁਰੂ ਨਿਰੰਕਾਰ ਹਰ ਨਿਧ। ਸਾਧ ਸੰਗਤ ਜੀ ਜਿਹੜਾ ਵਾਹਿਗੁਰੂ ਗੁਣਾਂ ਦਾ ਖਜ਼ਾਨਾ ਹੈ, ਦੇਖੋ ਉਹਦੇ 'ਚ ਗੌਣੀ ਗੁਣ ਹੈ, ਦਇਆ, ਨਿਮਰਤਾ, ਸਹਿਣਸ਼ੀਲਤਾ, ਵੀਰ ਰਸ। ਸਾਧ ਸੰਗਤ ਜੀ ਨਿਮਰਤਾ ਭਾਵ
ਤਤ ਗਿਆਨ, ਜੀਵਾਂ ਨੂੰ ਕਰਮਾਂ ਦੇ ਅਨੁਸਾਰ ਫਲ ਦੇਣਾ, ਸ਼ਾਂਤੀ ਦੇਣੀ, ਕਿੰਨੀ ਮਹਾਰਾਜ ਦੇ ਵਿੱਚ ਗੁਣ ਨੇ ਸਾਧ ਸੰਗਤ ਜੀ। ਐਸੇ ਜਿਹੜੇ ਸਤਿਗੁਰੂ ਜੀ ਨੇ ਉਹ ਸਾਧ ਸੰਗਤ ਜੀ ਗੁਣਾਂ ਦੇ ਖਜ਼ਾਨੇ ਹਨ। ਤਰਨ ਤਾਰਨ ਹਰ ਨਿਧ, ਸਾਧ ਸੰਗਤ ਜੀ ਜਿਹੜੇ ਸਤਿਗੁਰੂ ਜੀ ਨੇ, ਜਿਹੜੇ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਆ ਜਾਂਦੇ ਐ, ਜਿਹੜੇ ਹਰ ਨਿਧ ਸਾਧ ਸੰਗਤ ਜੀ ਗੁਣਾਂ ਦੇ ਖਜ਼ਾਨੇ ਨਿਰੰਕਾਰ ਦੇ ਨਾਮ ਨੂੰ ਕਹਿੰਦੇ ਐ ਤਰਨ ਤਾਰਨ, ਉਹ ਸਤਿਗੁਰੂ ਜੀ ਸਾਧ ਸੰਗਤ ਜੀ ਤਾਰ ਕੇ ਹੀ ਲੈ ਜਾਂਦੇ ਐ। ਤਰਨ ਤਾਰਨ, ਜਿਸ ਜੀਵ ਨੇ ਅਕਾਲ ਪੁਰਖ ਦੇ ਨਾਮ ਨੂੰ ਜਪਣਾ ਸ਼ੁਰੂ ਕਰ ਲਿਆ, ਆਪ ਵੀ ਤਰ ਗਿਆ ਤੇ ਤਾਰਨ ਦੂਜਿਆਂ ਨੂੰ ਵੀ ਤਾਰ ਕੇ ਲੈ ਜਾਂਦਾ। ਸਾਧ ਸੰਗਤ ਜੀ ਤਰਨ ਤੇ ਤਾਰਨ ਦੋ, ਇਹਦਾ ਹੁਣ ਸਾਧ ਸੰਗਤ ਜੀ ਦੋ ਲਫ਼ਜ਼ ਨੇ, ਤਰਨ ਤੇ ਤਾਰਨ, ਭਾਵ ਆਪ ਵੀ ਤਰ ਗਿਆ ਤੇ ਤਾਰਨ ਹੋਰਾਂ ਨੂੰ ਵੀ ਤਾਰਨ ਦੀ ਤਾਕਤ ਰੱਖਦਾ, ਜਿਸ ਨੇ ਨਿਰੰਕਾਰ ਦੇ ਗੁਣ ਗਾਏ ਨੇ। ਤਰਨ ਤਾਰਨ ਸਾਧ ਸੰਗਤ ਜੀ ਜਿਸ ਅਕਾਲ ਪੁਰਖ ਨਿਰੰਕਾਰ ਸਤਿਗੁਰੂ ਜੀ ਦੇ ਜਿਸ ਨੇ ਗੁਣ ਗਾ ਲਏ, ਵਾਹਿਗੁਰੂ ਜੀ ਨੇ ਸਾਧ ਸੰਗਤ ਜੀ ਉਹਨਾਂ ਨੂੰ ਤਾਰਨ ਤੇ ਤਾਰਨ ਜੋਗੇ ਬਣਾ ਦਿੱਤਾ। ਦੁਖ ਨ ਸਕੈ ਬਿਆਪ, ਉਹਨਾਂ ਨੂੰ ਫਿਰ ਜਮਾ ਦਾ ਦੁੱਖ ਨਹੀਂ ਲੱਗਦਾ। ਔਰ ਜਿਹੜੇ ਸਾਧ ਸੰਗਤ ਜੀ ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਜਿਹੜੇ ਪੰਜ ਜਣੇ ਐ, ਇਹਨਾਂ ਦੇ ਵੀ ਉਹਨਾਂ ਨੂੰ ਦੁੱਖ ਨਹੀਂ ਪਹੁੰਚਦਾ। ਸਾਧ ਸੰਗਤ ਜੀ ਦੇਖੋ, ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਣ ਹੈ, ਕਾਮ ਕਿੰਨੇ ਸਤਾਉਂਦਾ ਰਹਿੰਦਾ। ਸਾਧ ਸੰਗਤ ਜੀ ਜਿਸ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਨਾਮ ਦਾ ਓਟ ਆਸਰਾ ਲੈ ਲਿਆ, ਪਰ ਸਾਧ ਸੰਗਤ ਜੀ ਜਿਹੜਾ ਕਾਮ ਇਹ ਵੀ ਨਹੀਂ ਸਤਾਏਗਾ, ਫਿਰ ਸਾਧ ਸੰਗਤ ਜੀ ਦੁੱਖ ਨਹੀਂ ਦਵੇਗਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਕਦੋਂ ਦੁੱਖ ਦਿੰਦੇ ਐ? ਜਦੋਂ ਸਾਧ ਸੰਗਤ ਜੀ ਇਹਦੀ ਦਾਇਰੇ ਤੋਂ ਬਾਹਰ ਹੋ ਜਾਵਾਂਗੇ, ਜਦੋਂ ਨਾਮ ਦੇ ਗਿਆਨ ਦੇ ਦਾਇਰੇ ਤੋਂ ਮਨੁੱਖ ਬਾਹਰ ਹੁੰਦਾ, ਉਦੋਂ ਪਰ ਇਹ ਪੰਜ ਜਣੇ ਦੁੱਖ ਦਿੰਦੇ ਐ। ਸਾਧ ਸੰਗਤ ਜੀ ਨਰਕ ਦਾ ਵਾਸਾ ਕਰਾ ਦਿੰਦੇ ਐ। ਸੱਚੇ ਪਾਤਸ਼ਾਹ ਕਹਿੰਦੇ, ਪਰ ਜਿਸਨੇ ਵਾਹਿਗੁਰੂ ਜੀ ਦੇ ਨਾਮ ਨੂੰ ਕਹਿਣਾ ਕੀਤਾ, ਫਿਰ ਦੁੱਖ ਨਾ ਸਕੈ ਵਿਆਪ, ਉਹਨਾਂ ਨੂੰ ਭਾਈ ਜਮਾਂ ਦਾ ਔਰ ਪ੍ਰਤੱਖ ਜਿਹੜਾ ਦੁੱਖ ਹੈ, ਸਰੀਰਕ ਦੁੱਖ, ਮਾਨਸਿਕ ਦੁੱਖ, ਕੋਈ ਦੁੱਖ ਹੀ ਨਹੀਂ ਲੱਗਦਾ ਭਾਈ ਉਹਨਾਂ ਨੂੰ। ਸਾਧੂ ਸੰਗ ਭਜੋ ਗੋਪਾਲ, ਆ ਗਈ ਨਾ ਫਿਰ ਉਹੀ ਗੱਲ, ਸਾਧੂ ਸੰਗ, ਮਨ ਨੂੰ ਸਾਧਨ ਵਾਲੇ ਜਿਹੜੇ ਸਤਿਗੁਰੂ ਜੀ ਹੈ, ਉਹਨਾਂ ਦਾ ਸੰਗ ਕਰਕੇ ਭਜੋ ਗੋਪਾਲ। ਗੋ ਨਾਮ ਧਰਤੀ ਦਾ, ਪਾਲ ਨਾਮ ਪਾਲਣ ਵਾਲੇ ਦਾ, ਧਰਤੀ ਤੇ ਰਹਿ ਰਹੇ ਜੀਵਾਂ ਦੀ ਜਿਹੜੇ ਪਾਲਣਾ ਮਹਾਰਾਜ ਕਰਦੇ ਐ, ਐਸੇ ਵਾਹਿਗੁਰੂ ਨੂੰ ਭਾਈ ਜਪਣਾ ਕਰੋ। ਸਤਿਗੁਰੂ ਜੀ ਦਾ ਸੰਗ ਕਰਕੇ ਫਿਰ ਪੜੋ ਜੀ। ਸਾਧੂ ਸੰਗ ਭਜੋ ਗੋਪਾਲ, ਜਿਹੜੇ ਰੱਬ ਦੇ ਪਿਆਰੇ ਸਾਧੂ, ਇਹ ਦੂਜਾ ਅਰਥ ਹੈ, ਜਿਹੜੇ ਰੱਬ ਦੇ ਪਿਆਰੇ ਗੁਰਮੁਖ ਸੰਤ ਜਨ ਹੈ, ਉਹਨਾਂ ਦਾ ਸੰਗ ਕਰਿਆ ਕਰ। ਉਹਨਾਂ ਦਾ ਸੰਗ ਕਰਕੇ ਭਜੋ ਗੋਪਾਲ, ਵਾਹਿਗੁਰੂ ਪਰਮੇਸ਼ਰ ਜੀ ਨੂੰ ਭਜਨਾ ਕਰ। ਜਿਵੇਂ ਮਹਾਰਾਜ ਕਹਿੰਦੇ, ਸੰਤ ਕੀ ਸੇਵਾ ਹਰ ਨਾਮ ਧਿਆਈ ਹੈ। ਸੰਤ ਦੀ ਸੇਵਾ ਕੀ ਹੁੰਦੀ ਹੈ? ਹਰੀ ਦੇ ਨਾਮ ਨੂੰ ਧਿਆਉਣਾ ਹੀ ਸੰਤ ਦੀ ਸੇਵਾ ਹੈ। ਗੁਰਮੁਖੋ, ਇਹ ਨਹੀਂ ਹੁੰਦਾ ਕਿ ਸਾਧ ਸੰਗਤ ਜੀ ਕਿ ਕੋਈ ਪਖੰਡੀ ਜਿਹੜਾ ਸੰਤ, ਜਿਵੇਂ ਅੱਜ ਕੱਲ੍ਹ ਦਾ ਇਹ ਸਮਾਂ ਹੈ, ਆਪਣੇ ਪੈਰਾਂ ਤੇ ਗੋਡੇ ਸਾਧ ਸੰਗਤ ਜੀ ਬਸ ਮੱਥਾ ਟਿਕਾ ਲਿਆ, ਪੈਰਾਂ ਤੇ ਹੱਥ ਲਵਾ ਲਏ, ਉਹ ਸਾਧ ਸੰਗਤ ਜੀ ਬਸ ਇਦਾਂ ਦਾ ਕਰਦੇ ਰਹਿੰਦੇ ਐ, ਆਪਣੀ ਸੇਵਾ 'ਚ ਲਾਈ ਰੱਖਦੇ ਐ, ਇਸੇ ਕਰਕੇ ਆਪਣੇ ਜੋਗਾ ਹੀ ਕਰੀ ਰੱਖਦੇ ਆ। ਸਾਧ ਸੰਗਤ ਜੀ ਇਹ ਸੇਵਾ ਨਹੀਂ ਹੈ। ਸੰਤ ਦੀ ਸੇਵਾ ਤੇ ਹਰੀ ਦਾ ਨਾਮ ਜਪਣਾ ਹੈ। ਜਿਹੜੇ ਰੱਬ ਦੇ ਪਿਆਰੇ ਅਸਲੀ ਹੈ ਨਾ, ਉਹ ਸਾਧ ਸੰਗਤ ਜੀ ਨਿਰੰਕਾਰ ਦਾ ਹੀ ਨਾਮ ਜਪਣ ਦੀ ਹਦਾਇਤ ਕਰਦੇ ਆ ਕਿ ਗੁਰਮੁਖੋ ਵਾਹਿਗੁਰੂ ਪਰਮੇਸ਼ਰ ਦਾ ਹੀ ਨਾਮ ਕਹਿਣਾ ਆ। ਸਾਧ ਸੰਗਤ ਜੀ ਮਹਾਰਾਜ ਕਹਿੰਦੇ, ਸਾਧੂ ਦਾ ਸੰਗ ਕਰੋ ਜਿਨ੍ਹਾਂ ਨੇ ਮਨ ਨੂੰ ਸਾਧ ਲਿਆ। ਜੇ ਕੋ ਬਚਨ ਕਮਾਵੇ ਸੰਤਨ ਕਾ, ਤੇ ਗੁਰ ਪ੍ਰਸਾਦੀ ਤਰੀ ਹੈ। ਜੇ ਕੋਈ ਬਚਨ ਕਮਾ ਲਵੇ ਰੱਬ ਦੇ ਪਿਆਰਿਆਂ ਦਾ, ਉਹ ਸਾਧ ਸੰਗਤ ਜੀ ਭਵ ਸਾਗਰ ਦੇ ਸਮੁੰਦਰ ਤੋਂ ਤਰ ਜਾਂਦਾ। ਇਸੇ ਕਰਕੇ ਮਹਾਰਾਜ ਕਹਿੰਦੇ, ਸਾਧੂ ਸੰਗ ਭਜੋ ਗੋਪਾਲ। ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਰੱਬ ਦੇ ਪਿਆਰਿਆਂ ਦਾ ਸੰਗ ਕਰੋ, ਨਿਰੰਕਾਰ ਜੀ ਦੇ ਨਾਮ ਨੂੰ ਜਪਣਾ ਕਰੋ। ਆਣ ਸੰਜਮ ਕਿਛ ਨਾ ਸੂਝੈ, ਦੀਨ ਦੁਨੀਆ ਦੇ ਸਤਿਗੁਰੂ ਕਹਿੰਦੇ, ਭਾਈ ਹੋਰ ਕੋਈ ਯਤਨ ਕਿਛ ਨਾ ਸੂਝੈ, ਭਾਵ ਕੋਈ ਵੀ ਨਹੀਂ ਸੁਝਦਾ। ਦੁਨੀਆ ਤੋਂ ਤਰਨ ਵਾਸਤੇ ਇੱਕ ਹੀ ਸਾਧਨ ਹੈ, ਵਾਹਿਗੁਰੂ ਜੀ ਦਾ ਨਾਮ ਤੇ ਸਾਧੂ ਦਾ ਸੰਗ। ਸਾਧ ਸੰਗਤ ਜੀ ਜਿਵੇਂ ਬਚਨ ਵੀ ਮਹਾਰਾਜ ਪੰਜਵੇਂ ਪਾਤਸ਼ਾਹ ਇਹ ਕਰਦੇ ਐ। ਸੱਚੇ ਪਾਤਸ਼ਾਹ ਜੀ ਕਹਿੰਦੇ, ਸੰਤ ਕਾ ਸੰਗ ਹਰ ਨਾਮ ਧਿਆਈਐ, ਨਾਮ ਤੁਲ ਕਛ ਅਵਰ ਨਾ ਹੋਏ। ਨਾਮ ਦੇ ਬਰਾਬਰ ਕੋਈ ਵੀ ਨਹੀਂ ਸਾਧ ਸੰਗਤ ਜੀ। ਇਸੇ ਕਰਕੇ ਨਾਮ ਦੇ ਬਰਾਬਰ ਕੋਈ ਹੈ ਨਹੀਂ। ਤਾਂ ਮਹਾਰਾਜ ਕਹਿੰਦੇ, ਆਣ ਸੰਜਮ ਕਿਛ ਨਾ ਸੂਝੈ। ਹੋਰ ਕੋਈ ਯਤਨ ਕਲਯੁਗ ਦੇ ਸਮੇਂ ਵਿੱਚ ਕੋਈ ਨਹੀਂ ਸੁਝਦਾ, ਕੋਈ ਯਤਨ ਨਹੀਂ ਹੋ ਸਕਦਾ। ਇੱਕ ਹੀ ਯਤਨ ਹੈ, ਨਾਮ ਨੂੰ ਧਿਆਉਣਾ। ਸਾਧ ਸੰਗਤ ਜੀ
ਅਸੀਂ ਬੜੇ ਮਹਾਂਪੁਰਖਾਂ ਦੀਆਂ ਬਰਸ਼ੀਆਂ ਮਨਾਉਣੇ ਆ, ਜਾਣੇ ਆ, ਜਾਂ ਸਾਧ ਸੰਗਤ ਜੀ ਅਸੀਂ ਸੁਣਦੇ ਆ ਉਹਨਾਂ ਦੀਆਂ ਬਰਸ਼ੀਆਂ ਤੇ ਕਥਾ ਕਹਾਣੀਆਂ ਸਾਖੀਆਂ, ਪਰ ਉਹ ਅਸੀਂ ਯਤਨ ਨਹੀਂ ਕਰਦੇ ਬੰਦਗੀ ਕਰਨ ਦਾ। ਸਾਧ ਸੰਗਤ ਜੀ ਉਹ ਮਰਜ਼ਾਦਾ ਵਿੱਚ ਰਹਿਣ ਦਾ ਯਤਨ ਨਹੀਂ ਕਦੇ ਕੀਤਾ, ਕਦੇ ਨਿਤਨੇਮੀ ਨਹੀਂ ਹੋਏ ਸਾਧ ਸੰਗਤ ਜੀ, ਕਦੇ ਵਾਹਿਗੁਰੂ ਪਰਮੇਸ਼ਰ ਜੀ ਦਾ ਨਾਮ ਨਹੀਂ ਰਸਨਾ ਤੇ ਲੈ ਕੇ ਆਏ। ਸੰਤ ਦਾ ਜੀਵਨ ਜਿਹੜਾ ਹੁੰਦਾ ਸਾਧ ਸੰਗਤ ਜੀ ਆਪਣਾ ਜੀਵਨ ਬਣਾ ਕੇ ਹੋਰਾਂ ਦਾ ਜੀਵਨ ਬਣਾਉਂਦੇ ਐ, ਪਰ ਸਾਧ ਸੰਗਤ ਜੀ ਉਹ ਇਹਨਾਂ ਯਤਨ ਤੇ ਕਰਦੇ ਰਹਿੰਦੇ ਐ ਕਿ ਕੋਈ ਸੁਧਰ ਜਾਵੇ, ਕੋਈ ਰੱਬ ਦਾ ਪਿਆਰਾ, ਕੋਈ ਅਕਾਲ ਪੁਰਖ ਨਾਲ ਮਿਲ ਜਾਵੇ, ਪਰ ਅਸੀਂ ਕਦੇ ਯਤਨ ਨਹੀਂ ਕੀਤਾ। ਰੱਬ ਦੇ ਪਿਆਰੇ ਯਤਨ ਕਰ ਕਰਕੇ ਤਾਂ ਦੁਨੀਆ ਤੋਂ ਚਲੇ ਗਏ, ਪਰ ਅਸੀਂ ਯਤਨੀ ਘਾਟ ਸਾਡੀ ਹੈ ਸਾਧ ਸੰਗਤ ਜੀ, ਇੱਥੇ ਘਾਟ ਸਾਡੀ ਹੈ, ਕਮੀ ਸਾਡੇ ਵਿੱਚ ਹੈ ਸਾਧ ਸੰਗਤ ਜੀ। ਕਮੀ ਇਹ ਹੈ ਕਿ ਬਸ ਸਾਖੀਆਂ ਕਥਾ ਕਹਾਣੀਆਂ ਸੁਣ ਲੀਆਂ। ਉਹ ਕਹਿੰਦਾ ਜੀ ਬਰਸ਼ੀ ਤੇ ਬਾਹਲਾ ਵਧੀਆ ਲੰਗਰ ਲੱਗਿਆ ਸੀ, ਉਹ ਫਲਾਣੇ ਨੇ ਆਹ ਲੰਗਰ ਚਲਾਇਆ ਸੀ, ਉੱਥੇ ਢਿਮਕੇ ਨੇ ਆਹ ਲੰਗਰ ਚਲਾਇਆ ਸੀ। ਲੰਗਰ ਚੇਤੇ ਰਹਿ ਜਾਂਦਾ ਜਿਹੜਾ ਨਾਮ ਦਾ ਲੰਗਰ ਹੈ ਸਾਧ ਸੰਗਤ ਜੀ, ਗਿਆਨ ਦਾ ਲੰਗਰ ਹੈ, ਇਹਦੇ ਤੱਕ ਕੋਈ ਵਿਰਲਾ ਹੀ ਪਹੁੰਚਦਾ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਯਾਦ ਰੱਖ ਕਲਯੁਗ ਦਾ ਸਮਾਂ ਹੈ, ਕਲਯੁਗ ਦੇ ਸਮੇਂ ਵਿੱਚ ਹੋਰ ਕੋਈ ਯਤਨ ਨਹੀਂ ਚੱਲ ਸਕਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਹੀ ਯਤਨ ਚੱਲਦਾ, ਆਨ ਸੰਜਮ ਕਿਛ ਨਾ ਸੂਝੈ। ਮਹਾਰਾਜ ਕਹਿੰਦੇ ਹੋਰ ਕੋਈ ਯਤਨ ਭਾਈ ਨਹੀਂ ਚੱਲੇਗਾ। ਇਹ ਯਤਨ ਕਾਟ ਕਲ ਕਾਲ। ਬਸ ਇਹੀ ਯਤਨ ਹੈ, ਕਾਟ ਕਲ ਕਾਲ। ਕਲ ਨਾਮ ਕਲਯੁਗ ਦਾ, ਕਾਲ ਨਾਮ ਮੌਤ ਦਾ। ਸਾਧ ਸੰਗਤ ਜੀ ਕਾਟ ਨਾਮ ਕੱਟਣ ਦਾ। ਕਲਯੁਗ ਦੇ ਸਮੇਂ ਵਿੱਚ ਕਾਲ ਦੀ ਫਾਂਸੀ ਕੱਟਣ ਦਾ ਇੱਕ ਹੀ ਯਤਨ ਹੈ। ਫਿਰ ਪੜੋ ਜੀ, ਇਹ ਯਤਨ ਕਾਟ ਕਲ ਕਾਲ। ਦੀਨ ਦੁਨੀਆ ਦੇ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਭਾਈ ਕਲਯੁਗ ਦੇ ਸਮੇਂ ਵਿੱਚ ਨਾਮ ਦੀ ਪ੍ਰਧਾਨਤਾ ਹੈ, ਵਾਹਿਗੁਰੂ ਜੀ ਦੇ ਨਾਮ ਦੀ ਪ੍ਰਧਾਨਤਾ। ਸਾਧ ਸੰਗਤ ਜੀ ਇਸੇ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਕਲਯੁਗ ਦੇ ਸਮੇਂ ਵਿੱਚ ਫਾਂਸੀ ਕੱਟਣੀ ਹੈ ਨਾ ਜਿਸ ਨੇ ਜਮਾਂ ਦੀ ਫਾਂਸੀ। ਮਹਾਰਾਜ ਨਹੀਂ ਤਾਂ ਗੁਰੂ ਸਾਹਿਬ ਕਹਿੰਦੇ ਜਿੰਨੇ ਔਗਣ ਹੈ ਤੇ ਉਨੀ ਗਲਾਂ ਵਿੱਚ ਜੰਜੀਰਾਂ ਪਈਆਂ ਹੋਈਆਂ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਬਚਨ ਕਰਦੇ ਨੇ ਸੋਰਠ ਰਾਗ ਦੇ ਵਿੱਚ। ਮਹਾਰਾਜ ਕਹਿੰਦੇ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਜੇ ਗੁਣ ਹੋਣ ਤਾਂ ਕੱਟੀਆਂ ਨੇ, ਜੇ ਗੁਣ ਹੋਊਗਾ ਤਾਂ ਹੀ ਕੱਟੀ ਜਾਊਗਾ ਨਾ ਉਹ ਫਾਂਸੀ ਜਿਹੜੇ ਸੰਗਲ ਗਲ ਪਏ ਹੋਏ ਨੇ। ਸਾਧ ਸੰਗਤ ਜੀ ਮਨੁੱਖ ਦੇ ਯਤਨ ਹੀ ਨਹੀਂ ਕਰਦਾ, ਸਾਰੀ ਉਮਰ ਲੰਘਾ ਦਿੰਦਾ ਆ। ਧਰਮ ਆਉਂਦਾ, ਪਹਿਲੀ ਗੱਲ ਧਰਮ ਕਮਾਉਂਦਾ ਨਹੀਂ। ਜੇ ਧਰਮ ਆ ਵੀ ਗਿਆ, ਖੰਡੇ ਬਾਟੇ ਦਾ ਅੰਮ੍ਰਿਤ ਛਕ ਵੀ ਲਿਆ, ਫਿਰ ਯਤਨ ਨਹੀਂ ਕਰਦਾ ਬਾਣੀ ਪੜ੍ਹਨ ਦਾ, ਰਹਿਤ ਵਿੱਚ ਰਹਿਣ ਦਾ। ਸਾਧ ਸੰਗਤ ਜੀ ਔਰ ਇਹ ਫਿਰ ਯਤਨ ਹੀ ਨਹੀਂ ਕਰਦਾ। ਜੋ ਪੰਜ ਪਿਆਰਿਆਂ ਮਰਜ਼ਾਦਾ ਦੱਸੀ ਹੈ ਉਹ ਮਰਜ਼ਾਦਾ ਤੇ ਰਹਿੰਦਾ ਨਹੀਂ ਹੈ। ਤੇ ਜਿਹੜੇ ਸਾਧ ਸੰਗਤ ਜੀ ਰਹਿੰਦੇ ਉਹਨਾਂ ਦੇ ਵੀ ਵਿਰੋਧ ਕਰਦੇ ਆ ਕਿ ਬਾਹਲਾ ਕੁਝ ਕਰਦਾ ਸਾਧ ਸੰਗਤ ਜੀ। ਇਹ ਦੇਖੋ ਵੀ ਤੂੰ ਆਪਣਾ ਜੀਵਨ ਤੇ ਵਿਗਾੜ ਰਿਹਾ, ਦੂਜਿਆਂ ਦਾ ਕਾਹਨੂੰ ਵਿਗਾੜਦਾ ਆ। ਇਸੇ ਕਰਕੇ ਸਾਧ ਸੰਗਤ ਜੀ ਪੰਜ ਪਿਆਰਿਆਂ ਨੇ ਜੋ ਬਚਨ ਕੀਤੇ ਨੇ ਸਾਨੂੰ ਉਸ ਬਚਨ ਤੇ ਪੂਰਾ ਪੂਰਾ ਪਹਿਰਾ ਦੇਣਾ ਚਾਹੀਦਾ, ਕਿਉਂਕਿ ਉਹ ਬਚਨ ਕਲਗੀਧਰ ਪਾਤਸ਼ਾਹ ਦੇ ਖੁਦ ਦੇ ਬਚਨ ਨੇ। ਇਸੇ ਕਰਕੇ ਇਹੀ ਕਲਯੁਗ ਦੇ ਵਿੱਚ ਇੱਕ ਹੀ ਯਤਨ ਹੈ ਭਾਈ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਨਾਮ ਦਾ ਅਭਿਆਸ ਕਰਨਾ। ਤੇ ਜਿਨ੍ਹਾਂ ਨੇ ਕੀਤਾ ਭਾਈ ਉਹਨਾਂ ਨੇ ਫਿਰ ਸਾਧ ਸੰਗਤ ਜੀ ਗਲ ਵਿੱਚ ਪਈ ਹੋਈ ਜਮਾਂ ਦੀ ਫਾਂਸੀ ਕੱਟ ਲਈ। ਇਹ ਯਤਨ ਕਾਟ ਕਲ ਕਾਲ। ਕਲਯੁਗ ਦੇ ਵਿੱਚ ਸਾਧ ਸੰਗਤ ਜੀ ਉਹਨਾਂ ਨੇ ਨਾਮ ਨੂੰ ਜਪ ਕੇ ਇਹ ਜਿਹੜੀ ਜਮਾਂ ਦੀ ਫਾਂਸੀ ਹੈ ਨਾ ਕੱਟ ਦਿੱਤੀ ਭਾਈ ਨਾਮ ਦੀ ਕੈਂਚੀ ਦੇ ਨਾਲ। ਰਹਾਉ ਵਿਸ਼ਰਾਮ ਦੇ ਕੇ ਰਹਾਉ ਦਾ ਕੇ ਬਚਨ ਉਚਾਰਨ ਕਰਦੇ ਹਨ। ਆਦਿ ਅੰਤ ਦਇਆਲ ਪੂਰਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਵਾਹਿਗੁਰੂ ਹੈ ਆਦ ਤੇ ਅੰਤ, ਇਹਨੂੰ ਕੜਾਹ ਕੁੰਡਲ ਨਿਆਏ ਕਹਿੰਦੇ ਹੈ। ਕੜਾਹ ਕੁੰਡਲ ਨਿਆਏ ਦਾ ਪਤਾ ਕੀ ਮਤਲਬ ਹੈ? ਜਿਵੇਂ ਕੜਾਹੇ ਦੇ ਦੋਹੇ ਪਾਸੇ ਕੁੰਡੇ ਹੁੰਦੇ ਹੈ ਨਾ, ਆਦ ਅੰਤ। ਤੇ ਤੁਸੀਂ ਆਖਣਾ ਜੀ ਵੀ ਹੁਣ ਮੱਧ ਜਿਹੜਾ ਹੁਣ ਪ੍ਰੈਜ਼ੈਂਟ ਸਮਾਂ ਚੱਲਦਾ ਹੁਣ ਨਹੀਂ ਵਾਹਿਗੁਰੂ ਦਿਆਲੂ? ਨਹੀਂ ਭਾਈ, ਇੱਥੇ ਗੁਰੂ ਸਾਹਿਬ ਭੇਦ ਵਰਤ ਰਹੇ ਹੈ। ਜਿਵੇਂ ਸੁਖਮਣੀ ਸਾਹਿਬ ਵਿੱਚ ਵੀ ਆਉਂਦਾ ਆਦ ਅੰਤ ਜੋ ਰਾਖਣ ਹਾਰ, ਇਸ ਨੂੰ ਕੜਾਹ ਕੁੰਡਲ ਨਿਆਏ ਆਖਿਆ। ਕੜਾਹ ਕੁੰਡਲ ਨਿਆਏ ਦਾ ਭਾਵ ਹੁੰਦਾ ਵੀ ਦੋਵੇਂ ਪਾਸੇ ਕੜਾਹੇ ਦੇ ਕੁੰਡੇ ਚੱਕੇ ਗਏ ਨਾ, ਥੱਲਾ ਤੇ ਆਪ ਦੀ ਆਪ ਹੀ ਚੱਕਿਆ ਜਾਂਦਾ ਆ। ਇਸੇ ਕਰਕੇ ਜਿਹੜਾ ਵਾਹਿਗੁਰੂ ਆਦ ਤੇ ਅੰਤ ਭਾਵ ਆਦ ਮੱਧ ਅੰਤ ਤਿੰਨਾਂ ਕਾਲਾਂ 'ਚ ਵਾਹਿਗੁਰੂ ਦਿਆਲੂ ਹੈ। ਫਿਰ ਪੜੋ ਜੀ, ਆਦ ਅੰਤ ਦਇਆਲ ਪੂਰਨ। ਦੀਨ ਦੁਨੀਆ ਦੇ ਸਤਿਗੁਰੂ ਜੀ ਕਹਿੰਦੇ ਭਾਈ ਵਾਹਿਗੁਰੂ ਹੈ ਨਾ ਜਿਹੜਾ ਆਦ, ਜਦੋਂ ਤੂੰ ਮਾਂ ਦੇ ਗਰਭ ਵਿੱਚ ਸੀ ਉਸ ਵੇਲੇ ਵੀ ਸਤਿਗੁਰੂ ਜੀ ਦਿਆਲਤਾ ਦੇ ਘਰ ਵਿੱਚ ਆ ਕੇ
ਤੈਨੂੰ ਕੁੰਭੀ ਨਰਕ ਦੇ ਵਿੱਚੋਂ ਸਾਧ ਸੰਗਤ ਜੀ ਬਚਾ ਕੇ ਰੱਖਿਆ, ਮਾਂ ਦੇ ਗਰਭ ਦੇ ਵਿੱਚ ਬਚਾ ਕੇ ਰੱਖਿਆ। ਜਠਰਾ ਅਗਨੀ ਬਲਦੀ ਸੀ, ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ। ਸਾਧ ਸੰਗਤ ਜੀ ਉੱਥੇ ਸਤਿਗੁਰੂ ਦੀ ਦਿਆਲਤਾ ਵੇਖੋ। ਛੋਟਾ ਜਿਹਾ ਮਾਸ ਦਾ ਲੋਥੜਾ ਹੀ ਹੁੰਦਾ ਬੱਚਾ ਨਿਆਣਾ, ਪੁੱਠਾ ਲੜਕਦਾ ਹੁੰਦਾ, ਮੁਖ ਤਲੇ ਪੈਰ ਉਪਰੇ ਵਸੰਦੋ ਕਹੁਤੜੇ ਥਾਏ। ਨਾਨਕ ਸੋ ਧਣੀ ਕਿਉਂ ਵਸਾਰੇ ਉਹ ਉਧਰੈ ਜਿਸ ਦੇ ਨਾਏ। ਰਕਤ ਬਿੰਦ ਕਰ ਨਿੰਮਿਆ ਅਗਨ ਉਦਰ ਮਝਾਰ, ਉਰਦ ਮੁਖ ਕੁਚੀਲ ਬਿਕਲ। ਮੁਖ ਪੁੱਠਾ ਹੁੰਦਾ, ਲੱਤਾਂ ਉੱਪਰ ਹੁੰਦੀਆਂ ਨੇ ਸਾਧ ਸੰਗਤ ਜੀ। ਨਰਕ ਘੋਰ ਗੁਬਾਰ, ਨਰਕ ਘੋਰ ਹੁੰਦਾ ਸਾਧ ਸੰਗਤ ਜੀ। ਕਿਵੇਂ ਕਿ ਮਾਂ ਜੋ ਖਾਂਦੀ ਪੀਂਦੀ ਹੈ ਸਾਧ ਸੰਗਤ ਜੀ, ਉੱਥੇ ਨਾਲ ਹੀ ਖੂਨ ਵਗਦਾ ਰਹਿੰਦਾ, ਨਾਲ ਹੀ ਪਾਕ ਵਗਦੀ ਰਹਿੰਦੀ ਹੈ ਸਾਧ ਸੰਗਤ ਜੀ। ਗੰਦਗੀ ਵੀ ਨਾਲ ਹੀ ਵਗਦੀ ਰਹਿੰਦੀ ਹੈ, ਨੱਕ ਕੋਲ ਦੀ ਬੱਚੇ ਦੀ ਲੰਘਦੀ ਹੈ ਸਾਧ ਸੰਗਤ ਜੀ। ਪਰ ਵੇਖੋ ਅੰਦਰ ਨਹੀਂ ਜਾਂਦੀ, ਕਿਉਂ? ਵਾਹਿਗੁਰੂ ਸੱਚੇ ਪਾਤਸ਼ਾਹ ਦਾ ਅੰਦਰ ਨਾਮ ਚੱਲੀ ਜਾਂਦਾ ਰਹਿੰਦਾ ਹੈ। ਸਤਿਗੁਰੂ ਜੀ ਆਪਣੀ ਗੁਪਤ ਸ਼ਕਤੀ ਦੇ ਨਾਲ, ਗੁਪਤ ਪਹਿਰੇ ਦੇ ਨਾਲ ਬੱਚੇ ਨੂੰ ਬਚਾ ਕੇ ਰੱਖਦੇ ਨੇ। ਇਸੇ ਕਰਕੇ ਗੁਰੂ ਜੀ ਕਹਿੰਦੇ ਮਾਤ ਗਰਭ ਮੈਂ ਆਪਣੇ ਸਿਮਰਨ ਦੇ ਤੈ ਤੁਮ ਰਾਖਣ ਹਾਰੇ। ਸਾਧ ਸੰਗਤ ਜੀ 9 ਮਹੀਨੇ ਮਹਾਰਾਜ ਪਰਵਰਿਸ਼ ਕਰਦੇ ਨੇ, ਸਾਧ ਸੰਗਤ ਜੀ ਬਚਾ ਕੇ ਰੱਖਦੇ ਐ। ਇਸੇ ਕਰਕੇ ਸਤਿਗੁਰੂ ਜੀ ਆਦ ਵਿੱਚ ਵੀ ਦਿਆਲੂ ਸੀ। ਫਿਰ ਮਹਾਰਾਜ ਕਹਿੰਦੇ ਮੱਧ, ਹੁਣ ਜਿਹੜਾ ਸਮਾਂ ਚੱਲਦਾ ਤੇਰੇ ਤੇ, ਹੁਣ ਜਿਹੜਾ ਤੇਰਾ ਸਮਾਂ ਜੀਵਨ ਦਾ ਸਮਾਂ ਹੈ, ਹੁਣ ਵੀ ਤੈਨੂੰ ਅਕਾਲ ਪੁਰਖ ਵਾਹਿਗੁਰੂ ਜੀ ਬਚਾ ਕੇ ਰੱਖਣਗੇ। ਇਸ ਕਲਯੁਗ ਦੇ ਸਮੇਂ ਵਿੱਚ ਮਹਾਰਾਜ ਕਹਿੰਦੇ ਕਲਯੁਗ ਦੇ ਸਮੇਂ ਵਿੱਚ ਹੁਣ ਵੀ ਤੈਨੂੰ ਦੁੱਖ ਦਰਦ ਪੀੜਾ ਤੋਂ ਬਚਾ ਕੇ ਰੱਖਣਗੇ। ਔਰ ਅੰਤ ਭਾਵ ਜਦੋਂ ਤੇਰੀ ਮੌਤ ਹੋਵੇਗੀ ਉਸ ਵੇਲੇ ਵੀ ਸਤਿਗੁਰੂ ਨਿਰੰਕਾਰ ਜੀ ਤੈਨੂੰ ਬਚਾਉਣਗੇ, ਜੇ ਤੇਰੇ ਅਕਾਲ ਪੁਰਖ ਵਾਹਿਗੁਰੂ ਦਾ ਤੇਰੇ ਕੋਲ ਨਾਮ ਹੋਵੇਗਾ। ਜਦੋਂ ਨਾਮ ਜਪਿਆ ਹੋਇਆ ਹੋਵੇਗਾ ਨਾ, ਭਜਨ ਬੰਦਗੀ ਹੋਵੇਗੀ, ਸਤਿਗੁਰੂ ਜੀ ਤੈਨੂੰ ਅੰਤ ਵੇਲੇ ਵੀ ਰੱਖ ਲੈਣਗੇ। ਸੱਚੇ ਪਾਤਸ਼ਾਹ ਜੀ ਕਿਵੇਂ ਰੱਖਦੇ ਐ? ਮਹਾਰਾਜ ਸਤਿਗੁਰੂ ਜੀ ਦੱਸਦੇ ਐ। ਮਹਾਰਾਜ ਕਹਿੰਦੇ ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਉਹਨਾਂ ਦਾ ਲੇਖਾ ਹੀ ਨਹੀਂ ਹੁੰਦਾ ਸਾਧ ਸੰਗਤ ਜੀ, ਜਿਨ੍ਹਾਂ ਨੇ ਨਾਮ ਦੀਆਂ ਕਮਾਈਆਂ ਕੀਤੀਆਂ ਨੇ। ਮਿਲ ਸਤ ਸੰਗਤ ਸੰਗ ਗੁਰਾਹਾ, ਪੂੰਜੀ ਨਾਮ ਗੁਰਮੁਖ ਵੇਸਾਹਾ। ਸਾਧ ਸੰਗਤ ਜੀ ਜਿਨ੍ਹਾਂ ਨੇ ਸਤਿਗੁਰੂ ਦਾ ਸੰਗ ਕਰਕੇ ਨਾਮ ਰੂਪੀ ਧਨ ਪੂੰਜੀ ਨੂੰ ਇਕੱਠਾ ਕੀਤਾ, ਉਹ ਸਾਧ ਸੰਗਤ ਜੀ ਅੰਤ ਵੇਲੇ ਸਤਿਗੁਰੂ ਜੀ ਦਿਆਲਤਾ ਦੇ ਘਰ ਵਿੱਚ ਆ ਕੇ ਉਹਨਾਂ ਤੇ ਕਿਰਪਾ ਕਰਦੇ ਨੇ। ਉਹਨਾਂ ਨੂੰ 84 ਲੱਖ ਜੂਨ ਵਿੱਚ ਪੈਣਾ ਹੀ ਨਹੀਂ ਪੈਂਦਾ ਸਾਧ ਸੰਗਤ ਜੀ। ਤੇ ਇਹ ਵੇਖੋ 84 ਲੱਖ ਜੂਨ ਦਾ ਜਿਹੜਾ ਗੇੜਾ ਹੈ, ਪਤਾ ਨਹੀਂ ਕਿੰਨੇ ਹੀ ਸਮਾਂ ਲੰਘ ਜਾਂਦੇ ਨੇ। ਕੁੱਤੇ ਬਿੱਲੇ ਗਧੀਆਂ ਦੀ ਜੂਨੀਆਂ ਸਾਧ ਸੰਗਤ ਜੀ ਭੋਗਣੀਆਂ ਪੈਂਦੀਆਂ ਨੇ। ਫਿਰ ਦੇਖੋ ਸਾਧ ਸੰਗਤ ਜੀ ਗੰਦ ਵਿੱਚ ਮੂੰਹ ਮਾਰਨਾ ਪੈਂਦਾ ਹੈ, ਦੁੱਖ ਹੈ ਨਾ। ਹੁਣ ਦੇਖੋ ਕਿੰਨੀ ਹਸਪੀਟਲ ਭਰੇ ਹੋਏ ਨੇ। ਹੁਣ ਜੇ ਮਨੁੱਖਾ ਜਨਮ ਵਿੱਚ ਦੁੱਖ ਹੈ, ਹੁਣ ਤਾਂ ਬੋਲ ਕੇ ਵੀ ਦੱਸ ਦੇਵਾਂਗੇ। ਉਹ ਬੇਜਵਾਨ ਜਿਹੜੇ ਪਸ਼ੂ ਹੁੰਦੇ ਆ, ਬੋਲ ਕੇ ਵੀ ਨਹੀਂ ਦੱਸ ਸਕਦੇ ਸਾਧ ਸੰਗਤ ਜੀ। ਕੋਈ ਦੁੱਖ ਹੈ, ਕਿਸੇ ਨੇ ਡਾਂਗ ਸੋਟਾ ਮਾਰਿਆ, ਦੁੱਖ ਹੈ ਨਾ ਸਾਧ ਸੰਗਤ ਜੀ, ਦਰਦ ਹੁੰਦਾ ਸਰੀਰ ਨੂੰ, ਬੋਲ ਹੀ ਨਹੀਂ ਸਕਦੇ। ਮਹਾਰਾਜ ਕਹਿੰਦੇ 84 ਲੱਖ ਜੂਨ ਬੜੀ ਭੈੜੀ ਜੂਨ ਹੈ। ਯਾਦ ਰੱਖ ਮਨਾ, ਨਿਰੰਕਾਰ ਨੂੰ ਚੇਤੇ ਕਰ ਲਿਆ ਕਰ, ਤੇਰਾ ਪਾਰ ਉਤਾਰਾ ਹੋ ਜਾਊਗਾ। ਬਾਣੀ ਪੜ ਲਿਆ ਕਰ, ਪਾਰ ਉਤਾਰਾ ਹੋ ਸਕਦਾ ਨਹੀਂ, ਪਾਰ ਉਤਾਰਾ ਨਹੀਂ ਹੋ ਸਕਦਾ ਨਾਮ ਤੋਂ ਬਿਨਾਂ। ਸਾਧ ਸੰਗਤ ਜੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਕੋਈ ਭਜਨ ਬੰਦਗੀ, ਕੋਈ ਨਾਮ ਨਹੀਂ, ਦੱਸੋ ਕਿਵੇਂ ਪਾਰ ਉਤਾਰਾ ਹੋਵੇਗਾ ਉਹਦਾ? ਕੋਈ ਪਾਰ ਉਤਾਰਾ ਹੋ ਹੀ ਨਹੀਂ ਸਕਦਾ। ਨਾ ਕੋਈ ਰਹਿਤ ਬਹਿਤ ਰੱਖੀ ਹੈ, ਨਾ ਸਾਧ ਸੰਗਤ ਜੀ ਭਜਨ ਬੰਦਗੀ, ਨਾ ਕੋਈ ਸੁਚਮਤਾ ਧਾਰਨ ਕਰਕੇ ਰੱਖੀ ਹੈ। ਦੱਸੋ ਕਿਵੇਂ? ਉਹ ਤੇ ਨਾ ਛਕਿਆ ਹੋਇਆ ਵਰਗੇ ਹੋ ਜਾਂਦੇ। ਅੰਮ੍ਰਿਤ ਛਕ ਕੇ ਵੀ ਨਾ ਛਕਿਆ ਹੋਇਆ ਵਰਗੇ, ਕਿਉਂਕਿ ਗੁਰੂ ਜੀ ਕਹਿੰਦੇ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੇ, ਮੈਨੂੰ ਰਹਿਤ ਪਿਆਰੀ ਹੈ, ਮੈਨੂੰ ਸਿੱਖ ਨਹੀਂ ਜੇ ਪਿਆਰੇ। ਜੇ ਰਹਿਤ ਹੈ ਤਾਂ ਸਿੱਖ ਹੈ, ਜੇ ਰਹਿਤ ਨਹੀਂ ਹੈ ਤੇ ਫਿਰ ਨਿਗੁਰਾ ਹੀ ਰਹਿ ਗਏ, ਉੱਥੇ ਫਿਰ ਚਲਿਆਂਗੇ। ਤੇ ਕਿੱਥੇ ਤੂੰ ਅੰਮ੍ਰਿਤ ਛਕਿਆ ਸੀ? ਸਾਧ ਸੰਗਤ ਜੀ ਬਚਨ ਤੈਨੂੰ ਗੁਰੂ ਜੀ ਨੇ ਕੀਤੀ, ਉਹ ਬਚਨ ਕਮਾਉਂਦਾ। ਅੰਮ੍ਰਿਤ ਦੀ ਰਹਿਤ ਤਾਂ ਬਰਕਰਾਰ ਰਹਿ ਸਕਦੀ ਹੈ ਜੇ ਬਚਨ ਕਮਾਵੇਂਗਾ। ਤੇ ਸਾਧ ਸੰਗਤ ਜੀ ਨਹੀਂ ਜਿਵੇਂ ਕਿਸੇ ਉਹੀ ਬਸ ਗਾਤਰੇ ਪਾਈ ਫਿਰਦੇ ਆ, ਕਿਰਪਾਨਾਂ ਟੰਗੀਆਂ ਨੇ ਗਲਾਂ 'ਚ, ਕੋਈ ਨਿਤਨੇਮ, ਕੋਈ ਭਜਨ ਨਹੀਂ ਹੈ, ਕੋਈ ਸਾਧ ਸੰਗਤ ਜੀ ਮੂਲ ਮੰਤਰ ਦਾ ਅਭਿਆਸ ਨਹੀਂ ਹੈ, ਕੋਈ ਗੁਰਮੰਤਰ ਦਾ ਅਭਿਆਸ ਨਹੀਂ ਕਰਦੇ, ਕੋਈ ਜਪਜੀ ਸਾਹਿਬ ਤੱਕ ਨਹੀਂ ਪੜ੍ਹਦੇ। ਦੱਸੋ ਕਿਵੇਂ ਕੋਈ ਭਾਰ ਪਾਰ ਹੋ ਸਕਦਾ? ਉਹ ਤੇ ਨਾ ਛਕਿਆ ਹੋਇਆਂ ਵਰਗੇ ਹੋ ਜਾਂਦੇ ਹੈ। ਸਾਧ ਸੰਗਤ ਜੀ ਦੱਸੋ ਉਹ ਕਿਵੇਂ ਪਾਰ ਹੋ ਸਕਦੇ ਹੈ? ਇਦੋਂ ਤਾਂ ਅੰਮ੍ਰਿਤ ਛਕੋ ਹੀ ਨਾ। ਜੇ ਛਕ ਲਿਆ ਫਿਰ ਬਰਕਰਾਰ ਰੱਖੋ ਮਰਿਆਦਾ ਨੂੰ। ਪੰਜ ਪਿਆਰਿਆਂ ਦੀ ਮਰਿਆਦਾ ਨੂੰ ਬਰਕਰਾਰ ਰੱਖਣਾ ਚਾਹੀਦਾ। ਸਤਿਗੁਰੂ ਜੀ ਕਹਿੰਦੇ ਗੁਰੂ ਤਾਂ ਸਦਾ ਹੀ ਦਿਆਲੂ ਹੈ ਭਾਈ, ਜਿਸਨੇ ਤੈਨੂੰ ਮਾਂ ਦੇ ਗਰਭ ਵਿੱਚ ਰੱਖਿਆ,
ਹੁਣ ਤੈਨੂੰ ਰੱਖ ਰਹੇ ਨੇ ਔਰ ਅੰਤ ਵੇਲੇ ਤੈਨੂੰ ਰੱਖਣਗੇ। ਆਦ ਅੰਤ ਦਇਆਲ ਪੂਰਨ, ਉਹ ਪੂਰਨ ਸੱਚੇ ਪਾਤਸ਼ਾਹ ਜੀ ਬੜੇ ਦਿਆਲੂ ਹਨ ਭਾਈ। ਤੈਸ ਬਿਨਾ ਨਹੀਂ ਕੋਏ। ਉਹਨਾਂ ਵਰਗਾ ਭਾਈ ਕੋਈ ਹੋਰ ਹੋ ਹੀ ਨਹੀਂ ਸਕਦਾ। ਸਾਧ ਸੰਗਤ ਜਿੰਨੇ ਮਰਜੀ ਕੋਈ ਪਾਪ ਗੁਨਾਹ ਕਰਕੇ ਗੁਰੂ ਦੇ ਅੱਗੇ ਪੇਸ਼ ਹੋ ਜੇ, ਸਤਿਗੁਰੂ ਜੀ ਬਖਸ਼ ਲਵੋ, ਸਤਿਗੁਰੂ ਜੀ ਬਖਸ਼ ਲੈਂਦੇ। ਫਿਰ ਕੋਈ ਗਲਤੀ ਨਾ ਕਰੇ ਦੁਬਾਰੇ। ਇਹ ਨਾ ਹੋਵੇ ਕਿ ਵਾਰ-ਵਾਰ ਗਲਤੀਆਂ ਕਰੇ, ਵਾਰ-ਵਾਰ ਚਲਾਕੀਆਂ ਹੁੰਦੀਆਂ ਨੇ। ਜਿਹੜਾ ਗੁਰੂ ਨਾਲ ਚਲਾਕੀਆਂ ਧੋਖੇ ਕਰਦਾ ਆ, ਉਹਦਾ ਸਦਾ ਹੀ ਮੂੰਹ ਕਾਲਾ ਹੁੰਦਾ। ਸਾਧ ਸੰਗਤ ਜੀ ਮਹਾਰਾਜ ਕਹਿੰਦੇ, ਜਿਵੇਂ ਸਤਿਗੁਰੂ ਜੀ ਦਾ ਬਚਨ ਆਉਂਦਾ ਨਾ, ਨਿੰਦਕ ਭਾਗੇ ਹਾਰ, ਭ੍ਰਮਤ ਭ੍ਰਮਤ ਉਹਾਂ ਹੀ ਮੂਏ, ਬਹੁੜ ਗ੍ਰਹਿ ਨਾ ਮਝਾਰ। ਨਾਨਕ ਸ਼ਰਨ ਪਰੇ ਦੁਖ ਭੰਜਨ, ਗੁਣ ਗਾਵੇ ਸਦਾ ਅਪਾਰ। ਜਿਹੜਾ ਤੇ ਸ਼ਰਨ ਵਿੱਚ ਆ ਗਿਆ, ਗੁਣ ਗਾ ਲਏ, ਉਹਦੇ ਤੇ ਦੁੱਖ ਨੂੰ ਭੰਨ ਦਿੱਤਾ। ਮਹਾਰਾਜ ਕਹਿੰਦੇ, ਨਹੀਂ ਤਾਂ ਨਿੰਦਕ ਕਾ ਮੁਖ ਕਾਲਾ ਹੋਆ, ਦੀਨ ਦੁਨੀਆ ਕੈ ਦਰਬਾਰ। ਸਾਧ ਸੰਗਤ ਜੀ ਇਹੋ ਜਿਹੇ ਨਿੰਦਕਾਂ ਧੋਖੇ ਦੇਣ ਵਾਲਿਆਂ ਦਾ ਦੀਨ ਦੁਨੀਆ ਦੇ ਦਰਬਾਰ ਵਿੱਚ ਮੂੰਹ ਕਾਲਾ ਹੀ ਹੁੰਦਾ। ਸਾਧ ਸੰਗਤ ਜੀ ਅੱਗੇ ਦੋਜਕ ਚਲ ਤਪਿਆ ਸੁਣੀਐ, ਹੂਲ ਪਵੈ ਕਾ ਹਾਹਾ। ਅੱਗੇ 18 ਤਰ੍ਹਾਂ ਦੇ ਨਰਕ ਭਰੇ ਸੁਣੀਦੇ ਨੇ। ਸਾਧ ਸੰਗਤ ਜੀ ਉਹਦੇ ਵਿੱਚ ਕੱਢਿਆ ਜਾਂਦਾ ਆ। ਇਸੇ ਕਰਕੇ ਗੁਰਮੁਖੋ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਜਦੋਂ ਸਨਮੁਖ ਹੋਈਏ, ਮਹਾਰਾਜ ਬਖਸ਼ ਲਵੋ ਸਾਨੂੰ, ਬਖਸ਼ ਲਵੋ ਸਾਨੂੰ। ਤੇ ਫਿਰ ਜਦੋਂ ਦੁਬਾਰਾ ਗਲਤੀਆਂ ਕਰਦਾ ਨਾ, ਫਿਰ ਸਤਿਗੁਰੂ ਨਹੀਂ ਬਖਸ਼ਦੇ। ਸਾਧ ਸੰਗਤ ਜੀ ਫਿਰ ਸਜ਼ਾ ਮਿਲ ਕੇ ਹੀ ਰਹਿੰਦੀ ਏ। ਇਸੇ ਕਰਕੇ ਗੁਰੂ ਸਦਾ ਹੀ ਦਿਆਲੂ ਹੈ। ਪਰ ਸਾਧ ਸੰਗਤ ਜੀ ਜਿੰਨੇ ਮਰਜੀ ਗੁਨਾਹ ਕਰਕੇ ਆ ਜੀ, ਮਹਾਰਾਜ ਬਖਸ਼ ਲੈਣਗੇ। ਪਰ ਫਿਰ ਤੂੰ ਕੋਈ ਪਾਪ ਨਾ ਕਰੀ। ਸੱਚੇ ਪਾਤਸ਼ਾਹ ਕਹਿੰਦੇ, ਉਹਦੇ ਵਰਗਾ ਭਾਈ ਕੋਈ ਹੋਰ ਨਹੀਂ ਹੈ। ਜਨਮ ਮਰਨ ਨਿਵਾਰ ਹਰ ਜਪ। ਮਹਾਰਾਜ ਕਹਿੰਦੇ ਇਸੇ ਕਰਕੇ ਆਪਣੇ ਜਨਮ ਮਰਨ ਨੂੰ ਨਿਵਾਰ ਲੈ, ਹਰੀ ਦਾ ਜਾਪ ਕਰਕੇ। ਸਿਮਰ ਸੁਆਮੀ ਸੋਏ। ਆਪਣੇ ਸੁਆਮੀ ਮਾਲਕ ਨੂੰ ਰਸਨਾ ਦੇ ਦੁਆਰਾ, ਜਿਵੇਂ ਹੁਣ ਮੈਂ ਰਸਨਾ ਨਾਲ ਕਹਿ ਰਿਹਾ, ਤੁਸੀਂ ਕੰਨਾਂ ਨਾਲ ਸੁਣਦੇ ਹੋ ਨਾ, ਇਹ ਜਾਪ ਹੋ ਰਹੇ ਆ। ਗੁਰੂ ਦੀ ਗੱਲ ਇਹੀ ਅਸਲੀ ਕਥਾ ਹੈ। ਨਹੀਂ ਮੈਂ ਵੇਖਿਆ ਤੇ ਸੰਗਤ ਵੀ ਬੜੀ ਦੱਸਦੀ ਹੈ, ਜਾਂ ਕਈ ਗੁਰਮੁਖ ਪਿਆਰੇ ਭਾਵਨਾ ਵਾਲੇ ਦੱਸਦੇ ਹੈ, ਕਥਾ ਕਰਨ ਬਹਿ ਜਾਂਦੇ ਹੈ, ਜਾਂ ਗੁਰੂ ਦੀ ਹਜ਼ੂਰੀ ਵਿੱਚ ਸਾਧ ਸੰਗਤ ਜੀ ਜਾਂ ਆਪਣੀਆਂ ਗੱਲਾਂ ਸੁਣਾਈ ਜਾਣੀਆਂ, ਜਾਂ ਉਹ ਦੁਨਿਆਵੀ ਗੱਲਾਂ ਸੁਣਾਉਂਦੇ ਰਹਿੰਦੇ ਆ, ਜਾਂ ਨਿੰਦਿਆ ਕਰੀ ਜਾਣੀ, ਮਹਾਰਾਜ ਦੀ ਸ਼ੰਕੇ ਖੜੇ ਕਰੀ ਜਾਣੇ। ਇਹੋ ਜਿਹੀਆਂ ਗੱਲਾਂ ਗੁਰੂ ਦੀ ਹਜ਼ੂਰੀ ਵਿੱਚ ਕਰਦੇ ਹੈ, ਉਸ ਨੂੰ ਕਥਾ ਨਹੀਂ ਕਿਹਾ ਜਾ ਸਕਦਾ। ਸਾਧ ਸੰਗਤ ਜੀ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ। ਜਿੱਥੇ ਇੱਕ ਨਾਮ ਦੀ ਗੱਲ ਚੱਲਦੀ ਹੈ ਨਾ, ਉਹੀ ਸਤ ਸੰਗਤ ਹੈ। ਇਸੇ ਕਰਕੇ ਤੁਸੀਂ ਧੰਨਤਾ ਦੇ ਯੋਗ ਹੋ ਜੋ ਮਹਾਰਾਜ ਇਹ ਕੰਨਾਂ ਦੇ ਨਾਲ ਸਤਿਗੁਰੂ ਜੀ ਕਥਾ ਸੁਣਦੇ ਹੋ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਨ੍ਹਾਂ ਨੇ ਹਰੀ ਨੂੰ ਜਪਿਆ ਸਿਮਰ ਸੁਆਮੀ ਸੋਏ। ਜਿਸਨੇ ਸਾਧ ਸੰਗਤ ਜੀ ਰਸਨਾ ਦੁਆਰਾ ਸਿਮਰਿਆ, ਮਨ ਕਰਕੇ ਸਿਮਰਿਆ ਔਰ ਸਤ ਸੰਗਤ ਵਿੱਚ ਆ ਕੇ ਸੁਣਿਆ ਸਤਿਗੁਰੂ ਜੀ ਦੀ ਮਹਿਮਾ ਨੂੰ, ਉਹਨਾਂ ਦਾ ਜਨਮ ਮਰਨ ਦੀ ਨਿਵਰਤੀ ਹੋ ਗਈ। ਉਹ ਜਨਮ ਮਰਨ ਤੋਂ ਰਹਿਤ ਹੋ ਗਏ ਭਾਈ। ਵੇਦ ਸਿਮਰਤ ਕਥੈ ਸਾਸਤ। 4 ਵੇਦ ਨੇ, 27 ਸਿਮਰਤੀਆਂ ਨੇ, 18 ਪੁਰਾਣ ਹੈ, 6 ਸ਼ਾਸਤਰ ਹੈ, ਇੱਕ ਵਿਚਾਰ ਕਰਦੇ ਹਨ। ਭਗਤ ਕਰਹਿ ਵਿਚਾਰ। 4 ਵੇਦ, 27 ਸਿਮਰਤੀਆਂ, 18 ਪੁਰਾਣ, 6 ਸ਼ਾਸਤਰ, ਕੁਰਾਨ, ਅੰਜੀਲ, ਬਾਈਬਲ। ਸਾਧ ਸੰਗਤ ਜੀ ਔਰ ਰੱਬ ਦੇ ਪਿਆਰੇ ਭਗਤ ਕਰਹਿ ਵਿਚਾਰ। ਜਿਹੜੇ ਰੱਬ ਦੇ ਪਿਆਰੇ ਸੰਤ ਭਗਤ ਹੈ, ਇੱਕ ਵਿਚਾਰ ਕਰਦੇ ਨੇ, ਕਿਹੜੀ? ਮੁਕਤ ਪਾਈਐ ਸਾਧ ਸੰਗਤ। ਉਹ ਇੱਕ ਵਿਚਾਰ ਕਰਦੇ ਹੈ ਕਿ ਭਾਈ ਮੁਕਤੀ ਤੇ ਸਾਧੂਆਂ ਦੀ ਸੰਗਤ 'ਚ ਹੀ ਮਿਲਦੀ ਹੈ। ਸਾਧ ਸੰਗਤ ਜੀ ਮੁਕਤੀ ਤਾਂ ਸਾਧ ਸੰਗਤ, ਮਨ ਨੂੰ ਸਾਧਨ ਵਾਲਾ ਜਿਹੜਾ ਹਰੀ ਦਾ ਨਾਮ ਹੈ, ਗਿਆਨ ਹੈ, ਜਿਸਨੇ ਸਾਧ ਸੰਗਤ ਜੀ ਲੈ ਲਿਆ ਗੁਰੂ ਪਾਸੋਂ, ਉਹੀ ਮੁਕਤ ਪ੍ਰਾਪਤ ਕਰ ਸਕਦਾ। ਮਹਾਰਾਜ ਕਹਿੰਦੇ, ਬੜੇ ਬੜੇ ਸੰਤਾਂ ਨੇ ਆਖਿਆ, ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੈ ਨਾਰਦੈ ਵੇਦ ਵਿਆਸੈ ਕੋਏ। ਗੁਰੂ ਧਾਰਨ ਤੋਂ ਬਿਨਾਂ ਕਿਸੇ ਨੂੰ ਨਾ ਗਿਆਨ ਹੋਇਆ ਤੇ ਨਾ ਹੀ ਕਿਸੇ ਨੇ ਮੁਕਤੀ ਪਾਈ ਹੈ। ਬੜੇ ਬੜੇ ਸਾਧ ਸੰਗਤ ਜੀ ਰਿਸ਼ੀਆਂ ਮੁਨੀਆਂ ਨੇ, ਸ਼੍ਰੀ ਕ੍ਰਿਸ਼ਨ ਮਹਾਰਾਜ ਵਰਗਿਆਂ ਨੇ, ਸ਼੍ਰੀ ਰਾਮਚੰਦਰ ਮਹਾਰਾਜ ਵਰਗਿਆਂ ਨੇ ਵੀ ਗੁਰੂ ਧਾਰਿਆ। ਸਾਧ ਸੰਗਤ ਜੀ ਵਿਦਿਆ ਪੜ੍ਹੀ, ਐਡਾ ਵੱਡਾ ਗੁਰੂ ਦਾ ਪ੍ਰਤਾਪ ਹੁੰਦਾ। ਸਾਧ ਸੰਗਤ ਜੀ ਤੇ ਫਿਰ ਦੇਖੋ, ਸ਼੍ਰੀ ਰਾਮਚੰਦਰ ਮਹਾਰਾਜ ਨੇ 64 ਦਿਨ ਵਿਦਿਆ ਪੜ੍ਹੀ ਸੀ। ਵਾਹਿਗੁਰੂ ਵਸ਼ਿਸ਼ਟ ਜੀ ਤੋਂ ਕਈ ਮਹੀਨੇ ਵਿਦਿਆ ਪੜ੍ਹੀ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਸੰਦੀਪਨ ਗੁਰੂ ਪਾਸੋਂ ਵਿਦਿਆ ਪੜ੍ਹੀ, ਤੇ ਫਿਰ ਦੁਰਬਾਕਸ਼ਾ ਰਿਖੀ ਪਾਸੋਂ ਵਿਦਿਆ ਪੜ੍ਹੀ। ਆਪਣੇ ਗੁਰੂਦੇਵ ਤੋਂ, ਆਪਣੇ ਸਾਧ ਸੰਗਤ ਜੀ ਗੁਰੂਦੇਵ ਗੁਰੂ ਪਾਸੋਂ ਵਿਦਿਆ ਪੜ੍ਹੀ, ਤੇ ਉਹੀ ਗੁਰੂਦੇਵ ਸਾਧ ਸੰਗਤ ਜੀ ਰੱਖਿਆ ਕਰਦਾ ਜਾ ਕੇ। ਇਸੇ ਕਰਕੇ ਇਹ ਪ੍ਰਮਾਣ ਵੀ ਆਉਂਦਾ ਗ੍ਰੰਥਾਂ ਦੇ ਵਿੱਚ, ਮਹਾਂਪੁਰਖ ਕਹਿੰਦੇ ਐ,
ਜਿਹੜਾ ਆਪਣੇ ਗੁਰੂ ਤੋਂ ਮੁਨਕਰ ਬੇਮੁਖ ਹੋ ਜਾਏ ਨਾ, ਇੱਕ ਆਖਰ ਦਾਤਾ ਜੋ ਗੁਰ ਸੇਵੈ ਜੋ ਸੇਵਤ ਨਹਿਤਾਸ, ਪਾਏ ਜਨਮ ਸੋ ਸੁਆਣ ਕੋ ਬਹੁਰ ਸੁਪਚ ਘਰ ਵਾਸ। ਜਿਹੜਾ ਆਪਣੇ ਵਿਦਿਆ ਗੁਰੂ ਤੋਂ ਬੇਮੁਖ ਹੋ ਜਾਏ, ਜਿਹੜਾ ਇੱਕ ਅੱਖਰ ਪੜ੍ਹਾਉਣ ਵਾਲਾ ਨਾ, ਇੱਕ ਅੱਖਰ ਵੀ ਦਾਨ ਦੇਣ ਵਾਲਾ ਹੈ ਭਾਈ, ਉਹਦੇ ਤੋਂ ਜਿਹੜਾ ਬੇਮੁਖ ਹੋ ਜਾਏ, ਮਹਾਰਾਜ ਕਹਿੰਦੇ 100 ਜਨਮ ਪਾਏ ਜਨਮ ਸੋ ਸੁਆਣ ਕੋ। ਉਹ ਜੇ ਕੋਈ ਪੁਰਖ ਹੈ ਉਹ 100 ਜਨਮ ਕੁੱਤੇ ਦਾ ਪਾਉਂਦਾ ਆ, ਤੇ ਜੇ ਕੋਈ ਸਾਧ ਸੰਗ ਜੀ ਕੋਈ ਇਸਤਰੀ ਹੈ ਉਹ ਕੁੱਤੀ ਬਣਦੀ ਹੈ। ਫਿਰ ਚੰਡਾਲਾਂ ਦੇ ਘਰੇ ਚੂੜਿਆਂ ਦੇ ਘਰੇ ਉਹਨਾਂ ਦਾ ਜਨਮ ਹੁੰਦਾ। ਸਾਧ ਸੰਗਤ ਜੀ ਇਹ ਮਹਾਂਪੁਰਖ ਸੱਚੇ ਪਾਤਸ਼ਾਹ ਦਾ ਬਚਨ ਆਉਂਦਾ। ਦੇਖੋ ਸਾਧ ਸੰਗਤ ਜੀ ਐਡੀ ਮਾੜੀ ਜੂਨ ਵਿੱਚ ਉਹ ਜਾਂਦੇ ਹੈ, ਕੁੱਤੀਆਂ ਦੇ ਘਰੇ ਸਾਧ ਸੰਗਤ ਜੀ ਜਨਮ ਹੁੰਦਾ ਉਹਨਾਂ ਦਾ, ਜਿਹੜੇ ਆਪਣੇ ਵਿਦਿਆ ਗੁਰੂ ਦਾ ਸਤਿਕਾਰ ਨਹੀਂ ਕਰਦੇ, ਜਿਹੜੇ ਇੱਕ ਆਖਰ ਦਾਤਾ ਜੋ ਗੁਰ ਸੇਵੈ ਜੋ ਸੇਵਤ ਨਹਿਤਾਸ, ਸੇਵਾ ਨਹੀਂ ਕਰਦੇ, ਜਿਹੜੇ ਉਹਨਾਂ ਵਾਸਤੇ ਹੈ। ਜਿਹੜੇ ਸੇਵਾ ਕਰਦੇ ਹੈ ਸਾਧ ਸੰਗਤ ਜੀ ਆਪਣੇ ਗੁਰਦੇਵ ਦੀ, ਉਹਨਾਂ ਵਾਸਤੇ ਤਾਂ ਗੁਰਦੇਵ ਉਹਦੀ ਹਾਮੀ ਭਰਦਾ ਹੈ। ਇਸੇ ਕਰਕੇ ਗੁਰਮੁਖੋ 27 ਸਿਮਰਤੀਆਂ 18 ਪੁਰਾਣ 27 ਇਹ 6 ਸਾਤਰ, ਔਰ ਜਿਹੜੇ ਭਗਤ ਸੰਤ ਜਨ ਨੇ ਰੱਬ ਦੇ ਪਿਆਰੇ ਨੇ ਇੱਕ ਵਿਚਾਰ ਕਰਦੇ ਹੈ ਕਿ ਮੁਕਤ ਪਾਈ ਹੈ ਸਾਧ ਸੰਗਤ। ਸਾਧ ਸੰਗਤ ਜੀ ਸਾਧੂਆਂ ਦੀ ਸੰਗਤ ਕਰਕੇ, ਨਾਮ ਦੀ ਸੰਗਤ ਕਰਕੇ, ਗੁਰੂ ਦੀ ਸੰਗਤ ਕਰਕੇ ਹੀ ਮੁਕਤੀ ਪ੍ਰਾਪਤ ਹੁੰਦੀ ਹੈ। ਬਿਨਸ ਜਾਏ ਅੰਧਾਰ, ਉਹਨਾਂ ਦੇ ਅੰਦਰੋਂ ਗਿਆਨਤਾ ਦਾ ਹਨੇਰਾ ਵੀ ਨਾਸ਼ ਹੋ ਗਿਆ। ਦੇਖੋ ਨਾਮ ਚਾਨਣ ਦੇਣ ਵਾਲਾ ਹੈ। ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਹਜ਼ਾਰ ਸੂਰ ਚੜ ਜਾਣ ਇੱਕੋ ਵਾਰ। ਆ ਹੁਣ ਇੱਕ ਸੂਰਜ ਚੜਿਆ ਨਾ, ਮਹਾਰਾਜ ਕਹਿੰਦੇ ਜੇ 1000 ਵੀ ਚੜ ਜਾਣ ਤਾਂ ਇਤੇ ਚਾਨਣ ਹੁੰਦਿਆਂ, ਇੰਨੇ ਚਾਨਣ ਹੁੰਦਿਆਂ ਦੇ ਬਾਵਜੂਦ ਵੀ ਤੇਰੇ ਮਨ ਵਿੱਚ ਸਾਧ ਸੰਗਤ ਜੀ ਅਗਿਆਨਤਾ ਹੀ ਰਹੂਗੀ। ਇਸੇ ਕਰਕੇ ਗੁਰਮੁਖੋ ਗਿਆਨ ਨਾਮ ਨੇ ਦੇਣਾ, ਚਾਨਣ ਨਾਮ ਨੇ ਦੇਣਾ, ਬਾਣੀ ਨੇ ਦੇਣਾ। ਉਹ ਬਾਣੀ ਤੋਂ ਅਸੀਂ ਪੱਲਾ ਛੁਡਾਈ ਬੈਠੇ ਹਾਂ ਸਾਧ ਸੰਗਤ ਜੀ। ਤਾਂ ਹੀ ਤੇ ਦੇਖੋ ਦੁਨੀਆ ਵਿੱਚ ਕਿੰਨੀ ਅਗਿਆਨਤਾ ਹੈ। ਸਾਧ ਸੰਗਤ ਜੀ ਗਿਆਨਤਾ ਦੇਖੋ ਕਿੰਨੀ ਦੁਨੀਆ 'ਚ, ਸਾਰੀ ਦੁਨੀਆ ਅੰਨੀ ਹੋਈ ਫਿਰਦੀ ਹੈ। ਇੱਕ ਤੇ ਸਾਧ ਸੰਗਤ ਜੀ ਅੱਖਾਂ ਕਰਕੇ ਅੰਨੇ ਹੁੰਦੇ ਹੈ, ਔਰ ਇੱਕ ਮਨ ਕਰਕੇ ਅੰਨੇ ਹੁੰਦੇ ਹੈ। ਜਿਹੜੇ ਸਾਧ ਸੰਗਤ ਜੀ ਮਨ ਕਰਕੇ ਅੰਨੇ ਹੁੰਦੇ ਹੈ ਨਾ, ਇਹ ਨਾਮ ਗਿਆਨ ਤੋਂ ਬਿਨਾਂ ਇਹਨਾਂ ਦਾ ਅਗਿਆਨ ਅੰਨਪਣਾ ਦੂਰ ਨਹੀਂ ਹੋ ਸਕਦਾ, ਅਗਿਆਨਤਾ ਦੂਰ ਨਹੀਂ ਹੋ ਸਕਦੀ। ਇਸੇ ਕਰਕੇ ਗੁਰਮੁਖੋ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਧੂਆਂ ਦੀ ਸੰਗਤ, ਰੱਬ ਦੇ ਪਿਆਰਿਆਂ ਦੀ ਸੰਗਤ ਕਰਨੀ ਕਰੋ, ਤਾਂ ਕਰਕੇ ਮੁਕਤ ਪ੍ਰਾਪਤ ਹੋ ਜਾਊਗੀ, ਤੁਹਾਨੂੰ ਮੁਕਤੀ ਮਿਲ ਜੂਗੀ। ਔਰ ਬਿਨ ਸਜਾਏ ਆਧਾਰ, ਮਨ ਅੰਦਰ ਜਿਹੜਾ ਅਗਿਆਨਤਾ ਦਾ ਹਨੇਰਾ ਹੈ, ਅਨਪੜ੍ਹਤਾ ਹੈ, ਉਹ ਚਲੀ ਜਾਊਗੀ ਸਾਧ ਸੰਗਤ ਜੀ। ਇਉਂ ਸਤਿਗੁਰੂ ਜੀ ਦੱਸਦੇ ਹਨ, ਚਰਨ ਕਮਲ ਆਧਾਰ ਜਨ ਕਾ। ਸੱਚੇ ਪਾਤਸ਼ਾਹ ਜੀ ਕਹਿੰਦੇ ਚਰਨ ਕਮਲ। ਹੁਣ ਚਰਨ ਕੀ ਹੈ ਗੁਰੂ ਗ੍ਰੰਥ ਸਾਹਿਬ ਦੇ? ਦੇਖੋ ਗੁਰੂ ਤਾਂ ਸ਼ਬਦ ਹੈ ਨਾ, ਸਾਨੂੰ ਸਤਿਗੁਰੂ ਜੀ ਨੇ ਸ਼ਬਦ ਗੁਰੂ ਲੜ ਲਾਏ ਆ, ਜੋਤ ਹੈ ਮਹਾਰਾਜ। ਤਾਂ ਗੁਰੂ ਗ੍ਰੰਥ ਸਾਹਿਬ ਦੇ ਚਰਨ ਕੀ ਹੈ? ਚਰਨ ਭਾਵ ਬਾਣੀ। ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਮਹਾਰਾਜ ਦੇ ਚਰਨ ਕੀ ਹੈ? ਬਾਣੀ, ਨਾਮ। ਨਾਮ ਜਪਣਾ, ਬਾਣੀ ਪੜ੍ਹਨੀ, ਭਾਵ ਕਿ ਮੈਂ ਚਰਨਾਂ ਨਾਲ ਜੁੜ ਗਿਆ ਸਾਧ ਸੰਗਤ ਜੀ। ਤੇ ਕਈਆਂ ਨੂੰ ਕਈ ਸਾਲ ਹੋ ਗਏ, ਕੋਈ ਕਹਿੰਦਾ ਜੀ ਮੈਨੂੰ 10 ਸਾਲ ਹੋ ਗਏ ਮੱਥਾ ਟੇਕਦਿਆਂ ਨੂੰ, ਪਰ ਮਨ ਅੰਦਰ ਚਰਨ ਨਹੀਂ ਆਏ ਗੁਰੂ ਜੀ ਦੇ। ਸਾਧ ਸੰਗਤ ਚਰਨ ਨਹੀਂ ਆਏ ਮਹਾਰਾਜ ਦੇ ਅੰਦਰ, ਭਾਵ ਬਾਣੀ ਨਹੀਂ ਆਈ ਅੰਦਰ ਸਾਧ ਸੰਗਤ ਜੀ। ਇਸੇ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਚਰਨ ਕਮਲ ਆਧਾਰ ਜਨ ਕਾ। ਰੱਬ ਦੇ ਪਿਆਰੇ ਜਿਹੜੇ ਹੁੰਦੇ ਐ, ਜਨ ਨਾਮ ਸੇਵਕ ਦਾ ਹੈ। ਰੱਬ ਦੇ ਸੇਵਕ ਨੇ ਜਿਹੜੇ, ਉਹਨਾਂ ਨੂੰ ਵਾਹਿਗੁਰੂ ਦੇ ਚਰਨਾਂ ਕਮਲਾਂ ਦਾ ਹੀ ਆਸਰਾ ਹੈ। ਉਹਨਾਂ ਨੂੰ ਸਾਧ ਸੰਗਤ ਜੀ ਪਰਮੇਸ਼ਰ ਜੀ ਦੇ ਨਾਮ ਦਾ ਹੀ ਆਸਰਾ ਹੈ। ਸੱਚੇ ਪਾਤਸ਼ਾਹ ਜੀ ਹੋਰ ਕੋਈ ਕਿਸੇ ਨੂੰ ਆਸਰਾ ਨਹੀਂ ਮੰਨਦੇ। ਦੁਨੀਆ ਦੇ ਆਸ ਨੂੰ ਤਾਂ ਉਹ ਪਹਿਲਾਂ ਹੀ ਛੱਡ ਦਿੰਦੇ ਐ। ਸਾਧ ਸੰਗਤ ਜੀ ਉਹਨਾਂ ਨੇ, ਜਿਨ੍ਹਾਂ ਨੇ ਨਾਮ ਦਾ ਆਸਰਾ ਤੱਕ ਲਿਆ, ਉਹਨਾਂ ਨੂੰ ਹੋਰ ਕਿਸੇ ਆਸਰੇ ਦੀ ਕੀ ਲੋੜ ਹੈ ਸਾਧ ਸੰਗਤ ਜੀ। ਇਸੇ ਕਰਕੇ ਸੰਤ ਭਗਤ ਰੱਬ ਦੇ ਪਿਆਰੇ ਨਾਮ ਦਾ ਹੀ ਆਸਰਾ ਤੱਕਦੇ ਐ, ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਹੀ ਆਸਰਾ ਤੱਕਦੇ ਨੇ। ਰਾਸ ਪੂੰਜੀ ਏਕ। ਮਹਾਰਾਜ ਨੂੰ ਸਵਾਲ ਕੀਤਾ ਪੰਜਵੇਂ ਪਾਤਸ਼ਾਹ ਨੂੰ, ਮਹਾਰਾਜ ਰੱਬ ਦੇ ਪਿਆਰਿਆਂ ਦੀ ਪੂੰਜੀ ਕੀ ਹੈ? ਰੱਬ ਦੇ ਪਿਆਰਿਆਂ ਕੋਲ ਕਿਹੜੀ ਮਾਇਆ ਹੁੰਦੀ ਹੈ? ਮਹਾਰਾਜ ਕਹਿੰਦੇ ਰਾਸ ਪੂੰਜੀ ਏਕ। ਇੱਕ ਨਾਮ ਹੀ ਉਹਨਾਂ ਦੀ ਰਾਸ ਹੈ, ਇੱਕ ਨਾਮ ਹੀ ਉਹਨਾਂ ਦੀ ਪੂੰਜੀ ਹੈ। ਬ੍ਰਹਮ ਗਿਆਨ। ਦੇਖੋ ਸਾਧ ਸੰਗਤ ਜੀ ਚਾਣਕਿਆ ਰਿਖੀ ਜੀ ਦਾ ਇੱਕ ਬਚਨ ਆਉਂਦਾ, ਜਦੋਂ ਚਣਾਕਾ ਨੀਤੀ ਪੜਾਂਗੇ ਨਾ, ਟਕਸਾਲ ਵਿੱਚ ਗ੍ਰੰਥ ਪੜ੍ਹਾਏ ਜਾਂਦੇ ਨੇ। ਚਾਣਕਿਆ ਰਿਖੀ ਜੀ ਇੱਕ ਗੱਲ ਕਰਦੀ ਹੈ, ਉਹ ਕਹਿੰਦੇ
ਜਬ ਲਗ ਘਟ ਮੈਂ ਪ੍ਰਾਣ, ਤਬ ਲਗ ਵਿਦਿਆ ਕੋ ਪੜੋ, ਜਬ ਲਗ ਘਟ ਮੈਂ ਪ੍ਰਾਣ। ਕਿ ਜਿੰਨਾ ਚਿਰ ਤੇਰੇ 'ਚ ਸਵਾਸ ਹੈ ਉਹਨਾਂ ਚਿਰ ਵਿਦਿਆ ਪੜ੍ਹਦਾ ਰਹਿ। ਇਹ ਚਾਣਕਿਆ ਰਿਖੀ ਜੀ ਗੱਲ ਕਰਦੇ ਹੈ ਸਾਧ ਸੰਗਤ ਜੀ। ਚਾਣਕਿਆ ਰਿਖੀ ਜੀ ਕਹਿੰਦੇ ਜਬ ਲਗ ਤਬ ਲਗ ਵਿਦਿਆ ਕੋ ਪੜੋ, ਜਬ ਲਗ ਘਟ ਮੈਂ ਪ੍ਰਾਣ। ਜਹਾਂ ਧਣੀ ਪਹੁੰਚੇ ਨਹੀਂ ਤਹਾਂ ਪਹੁੰਚੇ ਵਿਦਵਾਨ। ਜਿੱਥੇ ਧਣੀ ਪੁਰਖ ਨਹੀਂ ਨਾ ਪਹੁੰਚਦਾ ਉੱਥੇ ਵਿਦਵਾਨ ਪੁਰਖ ਪਹੁੰਚ ਜਾਂਦਾ ਸਾਧ ਸੰਗਤ ਜੀ। ਅਸਤਾ ਬੱਕਰ ਜੀ ਨੂੰ 8 ਵਾਲ ਪੈਂਦੇ ਸੀ, ਕਰੂਪ ਸੀ ਸਾਧ ਸੰਗਤ ਜੀ, ਤੇ ਰਾਜੇ ਜਨਕ ਦਾ ਗੁਰੂ ਸੀ, ਬ੍ਰਹਮ ਗਿਆਨ ਸੀ ਉਸ ਨੂੰ ਸਾਧ ਸੰਗਤ ਜੀ। ਇਸੇ ਕਰਕੇ ਰੱਬ ਦੇ ਪਿਆਰਿਆਂ ਦੀ ਪੂੰਜੀ ਕਿਹੜੀ ਹੈ? ਨਾਮ, ਗਿਆਨ, ਵਿਦਵਤਾ। ਤੇ ਸਤਕਾਰੇ ਜਾਂਦੇ ਨੇ, ਹੱਥ ਜੋੜ ਕੇ ਖੜ ਜਾਂਦੇ ਜੀ ਇਹ ਸੰਤ ਜੀ ਆ ਗਏ, ਇਹ ਗਿਆਨੀ ਜੀ ਆ ਗਏ, ਵਿਦਵਾਨ ਹੈ। ਇਸੇ ਕਰਕੇ ਚਾਣਕਾ ਰਿਖੀ ਜੀ ਕਹਿੰਦੇ ਜਹਾਂ ਧਣੀ ਪਹੁੰਚੇ ਨਹੀਂ। ਧਣੀ ਨੂੰ ਤੇ ਕਹਿ ਦੇਣਗੇ ਲੈ ਅਮੀਰ ਹੀ ਹੈ, ਪਰ ਮਹਾਰਾਜ ਕਹਿੰਦੇ ਬਹੁਤਾ ਸਤਕਾਰ ਨਹੀਂ ਮਿਲਦਾ। ਵਿਦਵਾਨ ਪੁਰਖ ਨੂੰ ਲੋਕ ਤੇ ਪਰਲੋਕ ਵਿੱਚ ਵੀ ਸਤਕਾਰ ਮਿਲਦਾ ਆ ਸਾਧ ਸੰਗਤ ਜੀ। ਇਸੇ ਕਰਕੇ ਮਹਾਰਾਜ ਕਹਿੰਦੇ ਜਹਾਂ ਧਣੀ ਪਹੁੰਚੇ ਨਹੀਂ। ਧਣੀ ਜਿਹੜਾ ਪੁਰਸ਼ ਹੈ ਲੋਕ ਵਿੱਚ ਹੀ ਬੱਲੇ ਬੱਲੇ ਹੈ, ਪਰਲੋਕ ਵਿੱਚ ਕੋਈ ਬੱਲੇ ਬੱਲੇ ਨਹੀਂ ਹੈ। ਪਰ ਜਿਸ ਨੇ ਬ੍ਰਹਮ ਵਿਦਿਆ ਪੜ੍ਹ ਲਈ ਉਸ ਨੂੰ ਸਾਧ ਸੰਗਤ ਜੀ ਲੋਕ ਦੇ ਪਰਲੋਕ ਵਿੱਚ ਉਹਨੂੰ ਮਾਣ ਪ੍ਰਾਪਤ ਹੁੰਦਾ ਹੈ, ਉਹਦੀ ਜੈ ਜੈਕਾਰ ਹੁੰਦੀ ਹੈ ਸਾਧ ਸੰਗਤ ਜੀ। ਇਸੇ ਕਰਕੇ ਪੰਜਵੇਂ ਮਹਾਰਾਜ ਜੀ ਕਹਿੰਦੇ ਹੈ, ਪੰਜਵੇਂ ਗੁਰੂਦੇਵ ਜੀ ਕਹਿੰਦੇ ਰਾਸ ਪੂੰਜੀ ਏਕ। ਉਹਨਾਂ ਦੀ ਰਾਸ ਪੂੰਜੀ ਇੱਕ ਨਾਮ ਹੀ ਹੈ, ਗਿਆਨੀ ਹੈ ਭਾਈ। ਤਾਣ ਮਾਣ ਦੀ ਬਾਣ ਸਾਚਾ। ਰੱਬ ਦੇ ਪਿਆਰਿਆਂ ਦਾ ਤਾਣ ਮਾਣ ਦੀ ਬਾਣ ਸੱਚਾ ਨਾਮ ਹੀ ਹੈ, ਵਾਹਿਗੁਰੂ ਹੀ ਹੈ। ਨਾਨਕ ਕੀ ਪ੍ਰਭ ਟੇਕ। ਹਾਂਜੀ, ਸੱਚਾ ਤਾਣ ਮਾਣ ਤਾਂ ਹੈ ਕਿਉਂਕਿ ਉਹਨਾਂ ਨੂੰ ਟੇਕ ਹੀ ਵਾਹਿਗੁਰੂ ਤੇ ਹੈ। ਅਕਾਲ ਪੁਰਖ ਵਾਹਿਗੁਰੂ ਦੀ ਟੇਕ ਹੈ, ਆਸਰਾ ਹੈ। ਇਸੇ ਕਰਕੇ ਤੇ ਸਾਧ ਸੰਗਤ ਜੀ ਉਹਨਾਂ ਦਾ ਤਾਣ ਮਾਣ ਦੀ ਬਾਣ ਬਰਕਰਾਰ ਰਹਿੰਦਾ ਹੈ। ਜਿਨ੍ਹਾਂ ਨੂੰ ਵਾਹਿਗੁਰੂ ਤੇ ਟੇਕ ਹੋਵੇ ਉਹਨਾਂ ਨੂੰ ਲੋਕ ਤੇ ਪਰਲੋਕ ਵਿੱਚ ਤਾਣ ਮਾਣ ਮਿਲਦਾ ਸਾਧ ਸੰਗਤ ਜੀ। ਇਉਂ ਸੱਚੇ ਪਾਤਸ਼ਾਹ ਜੀ ਨੇ ਸਮਝਾਉਣਾ ਕੀਤਾ ਆ। ਆਪ ਜੀ ਨੇ ਪਵਿੱਤਰ ਸੱਚੇ ਪਾਤਸ਼ਾਹ ਜੀ ਦਾ ਮੁਖ ਵਾਕ ਸਰਵਣ ਕੀਤਾ। ਸਾਧ ਸੰਗਤ ਜੀ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਨਾਮ ਦੀ ਵਡਿਆਈ ਕੀਤੀ ਹੈ। ਰੱਬ ਦੇ ਅਕਾਲ ਪੁਰਖ ਦੀ ਉਸਤਤੀ ਕਰਦੇ ਹੋਏ ਦੱਸਣਾ ਕੀਤਾ ਕਿ ਗੁਰਮੁਖੋ ਸਤਿਗੁਰੂ ਦੇ ਚਰਨੀ ਸ਼ਰਣੀ ਆ ਜਾਇਓ, ਫਿਰ ਤੁਹਾਨੂੰ ਕੋਈ ਦੁੱਖ ਦਰਦ ਨਹੀਂ ਪੋਏਗਾ, ਜਮਾਂ ਦੀ ਮਾਰ ਨਹੀਂ ਪਏਗੀ। ਸਾਧ ਸੰਗਤ ਜੀ ਇਹ ਸਤਿਗੁਰੂ ਸਾਹਿਬ ਜੀ ਨੇ ਬਚਨ ਉਚਾਰਨ ਕੀਤੇ ਨੇ, ਆਪ ਜੀ ਨੇ ਸਰਵਣ ਕੀਤੇ ਨੇ। ਭਾਈ ਸਤਿਗੁਰੂ ਜੀ ਕਿਰਪਾ ਕਰਨ, ਸੱਚੇ ਪਾਤਸ਼ਾਹ ਮਹਾਰਾਜ ਆਪ ਧੰਨਤਾ ਦੇ ਯੋਗ ਹੋ ਜੋ ਪਰਸੋਂ ਰੋਜ਼ ਤੋਂ ਲੈ ਕੇ ਸਾਧ ਸੰਗਤ ਜੀ ਮਹਾਰਾਜ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਪ੍ਰਕਾਸ਼ ਹੋਏ। ਫਿਰ ਸੇਵਾਦਾਰ ਸੇਵਾ ਕਰਦੇ ਰਹੇ, ਮਾਈਆਂ ਭੈਣਾਂ ਲੰਗਰ ਵਿੱਚ ਸੇਵਾ ਕਰਦੀਆਂ ਨੇ, ਪ੍ਰਸ਼ਾਦੇ ਬਣਾਉਣ ਦੀਆਂ, ਲੰਗਰ ਵਰਤਾਉਣ ਦੀਆਂ, ਮੁੰਡੇ ਸੇਵਾ ਕਰਦੇ ਨੇ, ਨੌਜਵਾਨ। ਸਾਧ ਸੰਗਤ ਜੀ ਸਭ ਦਾ ਧੰਨਵਾਦ ਹੈ। ਸਤਿਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਹੀ ਮਹਾਂਪੁਰਖਾਂ ਦੀ ਬਰਸ਼ੀ ਮਨਾਉਂਦੇ ਰਹੀਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਫਿਰ ਸਾਧ ਸੰਗਤ ਜੀ ਸਤਿਗੁਰ ਦੀਆਂ ਖੁਸ਼ੀਆਂ, ਮਹਾਂਪੁਰਖਾਂ ਦੀਆਂ ਖੁਸ਼ੀਆਂ ਸਾਡੇ ਤੇ ਹੋ ਜਾਣਗੀਆਂ। ਵੱਧ ਤੋਂ ਵੱਧ ਬਾਣੀ ਪੜ੍ਹਿਆ ਕਰੋ, ਘੱਟੋ ਘੱਟ 7 ਬਾਣੀਆਂ ਦਾ ਨਿਤਨੇਮੀ ਹੋਣਾ ਚਾਹੀਦਾ ਸਿੱਖ ਨੂੰ। ਸਾਧ ਸੰਗਤ ਜੀ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਹੈ ਕਿ ਜਿਹੜਾ ਜਪਜੀ ਸਾਹਿਬ ਪੜ੍ਹੇ ਬਿਨਾਂ ਰੋਟੀ ਖਾਂਦਾ ਨਾ, ਨਾਮ ਬਿਨਾਂ ਜੋ ਪਹਿਰੇ, ਇਹ ਗੁਰੂ ਅਰਜਨ ਸਾਹਿਬ ਜੀ ਨੇ ਵੀ ਆਖਿਆ, ਨਾਮ ਬਿਨਾਂ ਜੋ ਪਹਿਰੇ ਖਾਏ ਜੋ ਕੁੱਕਰ ਜੂਠਣ ਮੈਂ ਪਾਏ। ਜਿਹੜੇ ਨਾਮ ਤੋਂ ਬਿਨਾਂ ਰੋਟੀ ਪਾਣੀ ਖਾਂਦੇ ਆ ਕੁੱਤੇ ਦੀ ਜੂਠ ਹੀ ਖਾਂਦੇ ਆ। ਸਾਧ ਸੰਗਤ ਜੀ ਗੌੜੀ ਰਾਗ 'ਚ ਬਚਣਾ ਆਇਆ। ਇਸੇ ਕਰਕੇ ਗੁਰਮੁਖੋ ਅਨਪੜ੍ਹ ਹੈ ਜੇ ਕੋਈ ਮੂਲ ਮੰਤਰ ਦਾ ਅਭਿਆਸ ਕਰੇ, ਗੁਰੂ ਮੰਤਰ ਦਾ ਅਭਿਆਸ ਕਰੋ ਤੇ 50 ਬਾਣੀਆਂ ਦਾ ਨਿਤਨੇਮੀ, 7 ਬਾਣੀਆਂ ਦਾ ਨਿਤਨੇਮੀ ਹੋਣਾ ਚਾਹੀਦਾ। ਸਾਧ ਸੰਗਤ ਜੀ 1 ਘੰਟਾ ਹੀ ਲੱਗਦਾ ਹੈ ਤੇ ਘੰਟਾ ਜ਼ਰੂਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਦੇ ਦੇਣਾ ਕਰੀਏ ਤਾਂ ਕਿ ਸਾਡਾ ਆਉਣਾ ਜਾਣਾ ਸਫਲ ਹੋ ਜਾਏ। ਭੁੱਲ ਚੁੱਕ ਦੀ ਖਿਮਾ, ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੁਰਬਾਣੀ ਦੀ ਕਥਾ ਕਰਦੇ ਹਾਂ, ਅਨੇਕਾਂ ਪ੍ਰਕਾਰਾਂ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਆਪ ਸੰਗਤਾਂ ਨੇ ਬਖਸ਼ ਲੈਣਾ। ਭਾਈ ਸ਼ਾਮ ਵੇਲੇ ਫਿਰ ਹਾਜ਼ਰੀ ਭਰਾਂਗੇ ਕਥਾ ਦੀ, ਆਪ ਗੁਰਸਿੱਖ ਸੰਗਤਾਂ ਨੇ ਸਰਵਣ ਕਰਨੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਪੰਜਵੇਂ ਸਵਾਮੀ ਜੀ ਦਾਸ ਨੂੰ ਬਖਸ਼ ਲੈਣਗੇ, ਆਪ ਸੰਗਤ ਨੇ ਬਖਸ਼ ਲੈਣਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭਾ ਪਹਿ ਮੇਲੇ। ਆਖਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀ ਏਕ, ਤਾਣ ਮਾਣ ਦੀ ਬਾਣ ਸਾਚਾ, ਨਾਨਕ ਕੀ ਪ੍ਰਭ ਟੇਕ। ਤਾਣ ਮਾਣ ਦੀ ਬਾਣ ਸਾਚਾ, ਨਾਨਕ ਕੀ ਪ੍ਰਭ ਟੇਕ।
ਵਾਹਿਗੁਰੂ ਜੀ ਕਾ ਖਾਲਸਾ